ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਅਸੀਂ ਚਰਚਾ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ। ਤੇ ਅੱਜ ਦਾ ਵਿਸ਼ਾ ਹੈਗਾ ਕਿ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਕੋਲ ਜਿਹੜੇ ਮਰੀਜ਼ ਆ ਰਹੇ ਨੇ, ਦੁਖੀ ਲੋਕ ਆ ਰਹੇ ਨੇ, ਬਿਮਾਰੀਆਂ ਤੋਂ ਤੰਗ ਲੋਕ ਆ ਰਹੇ ਨੇ, ਉਹਦੇ ਵਿੱਚ ਰਿਜ਼ਲਟ ਇੰਨੇ ਜ਼ਿਆਦਾ ਵਧੀਆ ਮਿਲਣ ਦੇ ਪਿੱਛੇ ਕਾਰਨ ਕੀ ਨੇ? ਕਿਉਂ ਇੰਨੇ ਵਧੀਆ ਤਰੀਕੇ ਦੇ ਨਾਲ ਜਿਹੜੇ ਰਿਜ਼ਲਟ ਮਿਲ ਕੇ ਆ ਰਹੇ ਨੇ? ਹਰ ਜਿਹੜੀ ਪੈਥੀ ਹੈ ਉਹਦਾ ਕੰਮ ਕਰਨ ਦਾ ਤਰੀਕਾ ਵੱਖਰਾ ਵੱਖਰਾ ਹੈਗਾ। ਜਿਵੇਂ ਐਲੋਪੈਥੀ ਹੈ, ਉਹ ਕੈਮੀਕਲ ਬੇਸ ਹੈ, ਗੋਲੀ ਅੰਦਰ ਅਤੇ ਉਹਨੇ ਨਾਲ ਦੀ ਨਾਲ ਤੁਹਾਨੂੰ ਆਰਾਮ ਕਰ ਦੇਣਾ। ਲੇਕਿਨ ਉਸ ਤੋਂ ਬਾਅਦ ਜਿਹੜੇ ਸਾਈਡ ਇਫੈਕਟ ਨਿਕਲਦੇ ਨੇ, ਜੋ ਕੁਛ ਨਿਕਲਦੇ ਨੇ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਸੇ ਤਰ੍ਹਾਂ ਇਲੈਕਟ੍ਰੋ ਹੋਮੋਪੈਥੀ ਕੋਲ ਜਿਹੜੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਕੋਲ ਆਉਂਦੇ ਨੇ ਤਾਂ ਉਹ ਜਦੋਂ ਦਵਾਈ ਲੈਂਦੇ ਨੇ ਤਾਂ ਇੱਕ ਵਾਰ ਜਿਹੜਾ ਰੋਗ ਬਹੁਤ ਵੱਧ ਜਾਂਦਾ, ਲੇਕਿਨ ਉਸ ਤੋਂ ਬਾਅਦ ਕੁਛ 2-4 ਦਿਨਾਂ ਦੇ ਬਾਅਦ ਹੀ ਜਿਹੜਾ ਉਹ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਅਤੇ ਉਸ ਤੋਂ ਬਾਅਦ ਮਰੀਜ਼ ਆਪਣੇ ਆਪ ਕਹਿਣ ਲੱਗ ਜਾਂਦਾ ਵੀ ਮੈਂ ਹੁਣ ਬਿਲਕੁਲ ਠੀਕ ਹਾਂ। ਕਿਸ ਤਰ੍ਹਾਂ ਇਹ ਕਿਹੜੇ ਸਿਧਾਂਤਾਂ ਦੇ ਉੱਤੇ ਕੰਮ ਕਰ ਰਹੀ ਹੈ ਇਲੈਕਟ੍ਰੋ ਹੋਮੋਪੈਥੀ? ਜਿਹੜੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਜਿਹੜੇ ਇਲਾਜ ਕਰ ਰਹੇ ਨੇ, ਉਹ ਕਿਹੜੇ ਸਿਧਾਂਤਾਂ ਦੇ ਤਹਿਤ ਇਲਾਜ ਕਰ ਰਹੇ ਨੇ? ਕਿਸ ਤਰੀਕੇ ਦੇ ਨਾਲ ਜਿਹੜਾ ਉਹ ਇਹ ਮਰੀਜ਼ਾਂ ਨੂੰ ਜਿਹੜਾ ਉਹ ਇੰਨੀ ਜਲਦੀ ਜਿਹੜਾ ਆਰਾਮ ਆ ਰਿਹਾ, ਵੱਧ ਰਹੇ ਨੇ ਜਿਹੜੇ ਮਰੀਜ਼ ਲਗਾਤਾਰ ਇਹਨਾਂ ਕੋਲ ਆ ਰਹੇ ਨੇ, ਉਹਦੇ ਪਿੱਛੇ ਦੇ ਕਾਰਨ ਕੀ ਨੇ? ਕਿਹੜੇ ਸਿਧਾਂਤਾਂ ਦੇ ਉੱਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣੀ ਕੰਮ ਕਰ ਰਹੇ ਨੇ, ਆਪਾਂ ਇਹਨਾਂ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਰਿਜ਼ਲਟ ਤੁਹਾਡੇ ਕੋਲ ਬਹੁਤ ਵਧੀਆ ਮਿਲ ਰਹੇ ਨੇ, ਪੇਸ਼ੈਂਟ ਵੀ ਆ ਕੇ ਦੱਸ ਰਹੇ ਨੇ, ਮੈਂ ਇੰਟਰਵਿਊਜ਼ ਵੀ ਕਰ ਰਿਹਾ ਪੇਸ਼ੈਂਟਸ ਦੇ ਨਾਲ ਜਿਹੜੇ ਤੁਹਾਡੇ ਕੋਲ ਠੀਕ ਹੋ ਰਹੇ ਨੇ। ਕੋਈ ਝਾੜਾ ਤਾਂ ਨਹੀਂ ਕਰ ਰਹੇ ਕਿਸੇ 'ਤੇ? ਨੈਚੁਰਲ ਝਾੜਾ ਨਹੀਂ, ਮੇਨ ਕੀ ਹੁੰਦਾ ਕਿ ਤੰਦਰੁਸਤੀ ਦਾ ਇੱਕ ਕੰਪਲੀਟ ਟੇਬਲ ਹੈ, ਉਹ ਕੰਪਲੀਟ ਹੀ ਫੋਲੋ ਕਰਨਾ ਪੈਂਦਾ। ਔਰ ਤੰਦਰੁਸਤੀ ਸ਼ੁਰੂਆਤ ਕਿਸੇ ਦਵਾਈ ਤੋਂ ਨਹੀਂ ਹੁੰਦੀ, ਕਦੇ ਵੀ ਕਿਸੇ ਕੈਪਸੂਲ, ਟੈਬਲੇਟ, ਕਿਸੇ ਬੂੰਦਾ ਤੋਂ ਵੀ ਨਹੀਂ ਹੁੰਦੀ। ਤੰਦਰੁਸਤੀ ਦੀ ਜਿਹੜੀ ਸ਼ੁਰੂਆਤ ਹੈ ਉਹ ਇੱਥੋਂ ਹੁੰਦੀ ਹੈ, ਬ੍ਰੇਨ ਤੋਂ। ਠੀਕ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਕਾਉਂਸਲਿੰਗ ਕਰਦੇ ਹਾਂ, ਫਿਰ ਉਹਨੂੰ ਰੈਮਡੀਜ਼ ਵੱਲ ਲੈ ਕੇ ਜਾਂਦੇ ਹਾਂ। ਨਾ ਕਿ ਪਹਿਲਾਂ ਰੈਮਡੀਜ਼ ਦਿੰਦੇ ਫਿਰ ਕਾਉਂਸਲਿੰਗ ਕਰਦੇ ਹਾਂ। ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਅਸੀਂ ਸ਼ਾਰਟ ਟਾਈਮ ਦੇ ਵਿੱਚ, ਇਹ ਪੇਸ਼ੈਂਟ ਜਿਹੜੇ ਸਾਡੇ ਕੋਲ ਆ ਰਹੇ ਨੇ ਉਹ ਇਸ ਜਿਹੜੇ ਵੀਡੀਓ ਦੇਖ ਵੀ ਰਹੇ ਹੋਣਗੇ, ਸਹਿਮਤ ਹੋਣਗੇ ਮੇਰੀ ਇਸ ਗੱਲ ਨਾਲ। ਸਭ ਤੋਂ ਪਹਿਲਾਂ ਅਸੀਂ ਰੋਗ ਨੂੰ ਸਮਝਾਉਂਦੇ ਹਾਂ, ਸ਼ਾਰਟ ਜਿੰਨਾ ਵੀ ਸ਼ਾਰਟ 'ਚ ਅਸੀਂ ਸਮਝਾ ਸਕੀਏ, ਉਹ ਟਾਈਮ ਥੋੜ੍ਹਾ ਹੁੰਦਾ। ਬਾਕੀ ਕਲਾਸਿਸ ਦੇ ਵਿੱਚ ਅਸੀਂ ਉਹਨੂੰ ਬਰੀਫ ਵੀ ਕਰਦੇ ਹਾਂ। ਠੀਕ ਹੈ, ਤਾਂ ਰੋਗ ਜਦੋਂ ਸਮਝ ਆ ਜਾਂਦਾ ਹੈ ਤਾਂ ਪੇਸ਼ੈਂਟ ਦੇ ਦਿਮਾਗ ਤੋਂ ਕਾਫੀ ਬਰਡਨ ਘੱਟ ਜਾਂਦਾ। ਠੀਕ ਹੈ, ਔਰ ਦੂਸਰਾ ਕੀ ਕਿ ਅਸੀਂ ਨੈਚੁਰਲ ਹੈਲਥ ਸਾਇੰਸ ਦੇ ਸਿਧਾਂਤ ਵੀ ਸਮਝਾਉਂਦੇ ਹਾਂ ਵੀ ਉਹਨਾਂ ਸਿਧਾਂਤਾਂ ਨੂੰ ਜਦੋਂ ਅਸੀਂ ਸਮਝਾ ਕੇ ਫਿਰ ਰੈਮਡੀਜ਼ ਨਾਲ ਜੋੜਦੇ ਹਾਂ ਨਾ, ਇਸ ਨੈਚੁਰਲ ਹੈਲਥ ਸਾਇੰਸਿਸ ਦੇ ਇਸ ਪੈਥੀ ਨਾਲ ਜੋੜਦੇ ਹਾਂ, ਤਾਂ ਉਹਦਾ ਬਿਲੀਫ ਸਿਸਟਮ ਅੱਛਾ ਕੰਮ ਕਰਦਾ ਹੈ। ਔਰ ਉਹ ਖੁਦ ਪ੍ਰਪੇਅਰ ਹੁੰਦਾ ਹੈ, ਉਹਨੂੰ ਪਤਾ ਹੁੰਦਾ ਹੈ ਕਿ ਮੈਨੂੰ ਡਾਕਟਰ ਸਾਹਿਬ ਨੇ ਮੇਰੇ ਰੋਗ ਦਾ ਸੁਭਾਅ ਸਮਝਾ ਦਿੱਤਾ ਹੈ। ਮੇਰਾ ਗੋਡਿਆਂ ਦਾ ਦਰਦ ਸਿਰ ਦਰਦ ਦੀ ਤਰ੍ਹਾਂ ਨਹੀਂ ਹੈ ਵੀ ਸਿਰ ਦਰਦ ਹੋਇਆ 15 ਮਿੰਟ ਠੀਕ ਹੋ ਜੂ, 2 ਘੰਟੇ ਠੀਕ ਹੋ ਜੂ। ਗੋਡਿਆਂ ਦਾ ਦਰਦ ਡਾਕਟਰ ਸਾਹਿਬ ਨੇ ਸਮਝਾ ਦਿੱਤਾ ਹੈ ਕਿ ਇਹ ਲੱਗਦਾ ਵੀ ਸਰੀਰ ਦੀ ਉਮਰ ਦੇ ਅਖੀਰਲੇ ਪੜਾਅ 'ਚ ਹੈ ਅਤੇ ਠੀਕ ਵੀ ਹੌਲੀ ਹੌਲੀ ਹੁੰਦਾ। ਠੀਕ ਹੈ, ਇਸ ਕਰਕੇ ਇਹਨੂੰ ਜਿੰਨਾ ਕਾਹਲੇ ਪਾਓਗੇ ਰੋਗ ਉਨਾ ਜ਼ਿਆਦਾ ਵਿਗਾੜ ਲਵੋਗੇ। ਠੀਕ ਹੈ, ਉਹਨੂੰ ਤੁਸੀਂ ਜਿੰਨਾ ਪੇਸ਼ੈਂਸ ਦੇ ਨਾਲ ਚੱਲੋਗੇ ਤਾਂ ਉਨੀ ਜਲਦੀ ਆਪਾਂ ਇਹਨੂੰ ਠੀਕ ਕਰ ਪਾਵਾਂਗੇ ਔਰ ਓਪਰੇਸ਼ਨ ਤੋਂ ਵੀ ਬਚ ਸਕਦੇ ਹੁੰਦੇ ਹਾਂ। ਤਾਂ ਅਸੀਂ ਉਹ ਸਿਧਾਂਤ ਸਮਝਾਉਂਦੇ ਹੈਗੇ। ਠੀਕ ਹੈ, ਤਾਂ ਉਹਦੇ ਹੀ ਰਿਜ਼ਲਟ ਹੈਗਾ ਕਿ ਪੇਸ਼ੈਂਟ ਜਲਦੀ ਰਿਲੀਫ ਲੈ ਰਹੇ ਨੇ। ਜਿਹੜਾ ਰੋਗ 15 ਸਾਲ ਦਾ ਲਮਕ ਰਿਹਾ ਸੀ, ਉਹ ਕਿਸੇ ਦਾ 3 ਮਹੀਨੇ ਠੀਕ ਹੋ ਰਿਹਾ, ਕਿਸੇ ਦਾ 4 ਮਹੀਨੇ ਠੀਕ ਹੋ ਰਿਹਾ। ਹੁਣ ਆਈਏ ਆਪਾਂ ਵੀ ਸਿਧਾਂਤਾਂ ਦੀ ਤੁਸੀਂ ਗੱਲ ਕੀਤੀ ਹੈ ਵੀ ਸਿਧਾਂਤ ਜਿਹੜੇ ਅਸੀਂ ਉਹਨਾਂ ਨੂੰ ਮਰੀਜ਼ਾਂ ਨੂੰ ਜਿਹੜੇ ਸਿਧਾਂਤ ਸਮਝਾ ਦਿੰਦੇ ਹੈਗੇ, ਕੋਈ ਖਾਸ ਸਿਧਾਂਤ ਬਣਾਏ ਗਏ ਨੇ ਜਿਹੜੇ ਇਲੈਕਟ੍ਰੋ ਹੋਮੋਪੈਥੀ ਵੱਲੋਂ, ਜਾਂ ਫਿਰ ਤੁਹਾਡੇ ਇਲਾਜ ਕਰਨ ਦਾ ਤਰੀਕੇ ਦੇ ਵਿੱਚ ਕੁਝ ਸਿਧਾਂਤ ਤੁਸੀਂ ਜੋੜ ਲਏ ਨੇ ਆਪਣੇ? ਦੇਖੋ, ਨੈਚੁਰਲ ਹੈਲਥ ਸਾਇੰਸਿਸ ਜਿੰਨੀਆਂ ਵੀ ਨੇ ਉਹ ਤਕਰੀਬਨ 10 ਸਿਧਾਂਤ ਮੇਨ ਹੁੰਦੇ ਨੇ ਉਹਨਾਂ ਦੇ ਵਿੱਚ। ਠੀਕ ਹੈ, ਉਹ ਮੈਂ ਦਰਸ਼ਕਾਂ ਨਾਲ ਵੀ ਸ਼ੇਅਰ ਕਰੂੰਗਾ ਤੁਹਾਡੇ ਮਾਧਿਅਮ ਨਾਲ, ਔਰ ਕਾਫੀਆਂ ਦੇ ਕਿੰਤੂ ਪਰੰਤੂ ਵੀ ਕਲੀਅਰ ਹੋ ਜਾਣਗੇ। ਹੁੰਦਾ ਕੀ ਹੈ ਕਿ ਅਸੀਂ ਜਦੋਂ ਨੈਚੁਰਲ ਸਾਇੰਸਿਸ ਵੱਲ ਆਉਂਦੇ ਨਾ ਟਰੀਟਮੈਂਟ ਲਈ, ਸਾਡਾ ਸੁਭਾਅ ਬਣਿਆ ਹੁੰਦਾ ਵਾ ਐਲੋਪੈਥੀ ਵਾਲਾ। ਐਲੋਪੈਥੀ ਦੇ ਵਿੱਚ ਸਾਨੂੰ ਹੁੰਦਾ ਦਰਦ ਹੋ ਰਹੀ ਸੀ, ਪੇਨ ਕਿਲਰ ਖਾ ਲਈ, ਠੀਕ ਹੋ ਗਈ, ਫਿਰ ਇੱਕ ਦਿਨ ਹੋਈ, ਪੇਨ ਕਿਲਰ ਖਾ ਲਈ, ਠੀਕ। ਉਹ ਸੁਭਾਅ ਸਾਡਾ ਪੱਕ ਗਿਆ। ਉਹੀ ਚੀਜ਼ ਅਸੀਂ ਇੱਧਰ ਵੀ ਸੋਚ ਕੇ ਬੈਠੇ ਹੁੰਦੇ ਹਾਂ। ਬਟ ਇੱਧਰ ਅਤੇ ਉੱਧਰ ਨਾਲੋਂ ਫਰਕ ਕੀ ਹੈ, ਉਹ ਮੈਂ 10 ਸਿਧਾਂਤ ਨੇ ਸਾਡੇ ਜਿਹੜੇ, ਉਹ ਅੱਜ ਮੈਂ ਦਰਸ਼ਕਾਂ ਅੱਗੇ ਰੱਖੂੰਗਾ। ਔਰ ਮੈਂ ਇਹ ਵੀ ਰਿਕੁਐਸਟ ਕਰੂੰਗਾ, ਜੇ ਦੇਖ ਰਹੇ ਹੋ ਕਾਪੀ ਚੱਕੋ, ਪੈਨ ਚੱਕੋ, ਲਿਖ ਵੀ ਲਓ 10 ਸਿਧਾਂਤ। ਔਰ 10 ਸਿਧਾਂਤ ਜਦੋਂ ਤੁਸੀਂ ਲਿਖੋਗੇ ਫਿਰ ਤੁਹਾਨੂੰ ਪੂਰੀ ਨੈਚੁਰਲ ਹੈਲਥ ਸਾਇੰਸ ਦੇ ਕੰਮ ਕਰਨ ਦਾ ਤਰੀਕਾ ਸਮਝ ਆ ਜਾਏਗਾ। ਫਿਰ ਤੁਹਾਨੂੰ ਡਾਕਟਰ ਭੁੱਲਰ ਦੇ ਕੰਮ ਕਰਨ ਦਾ ਤਰੀਕਾ ਸਮਝ ਆ ਜਾਏਗਾ। ਠੀਕ ਆ, ਔਰ ਇਹਨਾਂ 10 ਸਿਧਾਂਤਾਂ ਨੂੰ ਜੇ ਤੁਸੀਂ ਸਮਝ ਲਿਆ
ਇਹਨਾਂ 10 ਸਿਧਾਂਤਾਂ ਦੇ ਉੱਤੇ ਤੁਸੀਂ ਆਪਣੇ ਆਂਢੀ ਗੁਆਂਢੀ ਦੀ ਵੀ ਕਾਉਂਸਲਿੰਗ ਕਰਦੇ ਹੋ ਵੀ ਠੀਕ ਹੋਣ ਲੱਗ ਪਏਗਾ। ਠੀਕ ਹੈ, ਉਹਦਾ ਪਲਾਸੀਬੋ ਸਿਸਟਮ ਕੰਮ ਕਰਨ ਲੱਗ ਹਾਂ ਉਹਦਾ ਜਾਏ, ਪਿਛਲੀ ਵੀਡੀਓ ਤੁਸੀਂ ਬਿਲਕੁਲ ਉਹਦਾ ਪਲਾਸੀਬੋ ਸਿਸਟਮ ਕੰਮ ਕਰਨ ਲੱਗ ਪਏਗਾ। ਕਿਉਂ? ਤੁਹਾਡੇ ਕੋਲ ਗਿਆਨ ਆ ਗਿਆ, ਗਿਆਨ ਨਾਲ ਬੰਦੇ ਦਾ ਵਿਸ਼ਵਾਸ ਵੱਧਦਾ, ਜਦੋਂ ਵਿਸ਼ਵਾਸ ਵੱਧਦਾ ਹੈ ਤਾਂ ਤੁਹਾਡੀ ਕਾਉਂਸਲਿੰਗ 'ਚ ਵੀ ਦਮ ਆ ਜਾਂਦਾ। ਠੀਕ ਹੈ, ਸੋ ਉਹ 10 ਸਿਧਾਂਤ ਕਿਹੜੇ ਨੇ? ਸਭ ਤੋਂ ਪਹਿਲਾ ਸਿਧਾਂਤ, ਅੱਛਾ ਇਹ ਮੇਰੇ ਲਿਖੇ ਹੋਏ ਨਹੀਂਗੇ, ਇਹ ਹਜ਼ਾਰਾਂ ਸਾਲ ਪਹਿਲਾਂ ਨੇਚਰਪੈਥੀ ਗ੍ਰੰਥਾਂ 'ਚ ਲਿਖੇ ਹੋਏ ਨੇ। ਅਸੀਂ ਸਿਰਫ ਉਹਨਾਂ ਨੂੰ, ਕਿਉਂਕਿ ਅਸੀਂ ਕਈ ਵਾਰੀ ਇਹ ਚੀਜ਼ ਬੋਲੀ ਵੀ ਹੈ ਵੀਡੀਓਜ਼ ਦੇ ਵਿੱਚ, ਔਰ ਜੋ ਨੇਚਰਪੈਥੀ ਦਾ ਸਿਧਾਂਤ ਹੈ ਕੀ ਹੈ ਕਿ ਕੁਦਰਤ ਨੇ ਸਾਡੇ ਸਰੀਰ ਨੂੰ ਕੁਦਰਤੀ ਨਿਯਮ ਤੇ ਕੁਦਰਤੀ ਸਾਇੰਸ 'ਚ ਬਣਾਇਆ ਹੈ, ਤੇ ਜੇ ਇਹਨੂੰ ਅਸੀਂ ਠੀਕ ਰੱਖਣਾ ਤਾਂ ਅਸੀਂ ਕੁਦਰਤੀ ਨਿਯਮ ਫੋਲੋ ਕਰਨੇ ਨੇ। ਇਹ ਗੱਲ ਕੋਈ ਡਾਕਟਰ ਭੁੱਲਰ ਦੀ ਨਹੀਂ ਹੈ ਕਿ ਮੈਂ ਹੀ ਬੋਲ ਰਿਹਾ ਹੈਗਾ, ਇਹ ਹਜ਼ਾਰਾਂ ਸਾਲ ਪਹਿਲਾਂ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ, ਸਿਰਫ ਅਸੀਂ ਉਹਨੂੰ ਲੋਕਾਂ ਅੱਗੇ ਪੇਸ਼ ਕੀਤਾ, ਬੋਲ ਕੇ ਸੁਣਾਇਆ, ਹੋਰ ਕੁਝ ਨਹੀਂ। ਸੋ ਸੇਮ ਹੀ ਜਿਹੜੇ ਪ੍ਰਿੰਸੀਪਲ ਨੇ, ਇਹ ਕੋਈ ਮੇਰੇ ਬਣਾਏ ਹੋਏ ਨਹੀਂ ਹੈ, ਇਹ ਕੁਦਰਤ ਦੇ ਬਣਾਏ ਹੋਏ ਜੋ ਗ੍ਰੰਥਾਂ 'ਚ ਲਿਖਿਆ ਔਰ ਅਸੀਂ ਸੰਗਤ ਤੱਕ ਪਹੁੰਚਾ ਰਹੇ ਹੈਗੇ। ਸਭ ਤੋਂ ਪਹਿਲਾ ਸਿਧਾਂਤ, ਇੱਕ ਚੀਜ਼ ਨੋਟ ਕਰ ਲਓ ਕਿ ਸਾਰੇ ਰੋਗ ਇੱਕ, ਉਹਨਾਂ ਦੇ ਕਾਰਨ ਇੱਕ, ਤੇ ਉਹਨਾਂ ਦਾ ਇਲਾਜ ਵੀ ਇੱਕ ਹੈ। ਸਾਰੇ ਰੋਗ ਇੱਕੋ ਹੀ, ਕਾਰਨ ਇੱਕੋ ਤੇ ਇਲਾਜ ਵੀ ਇੱਕੋ? ਇਲਾਜ ਵੀ ਨਹੀਂ ਨਹੀਂ, ਤੂੰ ਵਿਸਥਾਰ ਨਾਲ ਦੱਸੋ ਜੀ। ਪੇਸ਼ੈਂਟ ਕਹਿੰਦਾ ਹੈ ਮੇਰੇ ਟਿਊਮਰ ਹੋ ਗਿਆ, ਇੱਕ ਕਹਿੰਦਾ ਮੇਰੇ ਪੱਥਰੀ ਹੋ ਗਈ, ਇੱਕ ਕਹਿੰਦਾ ਮੇਰੇ ਸਿਸਟ ਬਣ ਗਈ, ਠੀਕ ਹੈ, ਇੱਕ ਕਹਿੰਦਾ ਮੇਰੇ ਬਲੌਕੇਜ ਹੋ ਗਈ, ਇਹ ਕਹਿੰਦਾ ਮੈਨੂੰ ਲੂਜ਼ ਮੋਸ਼ਨ ਲੱਗ ਗਿਆ, ਹਾਂ ਇੱਕ ਕਹਿੰਦਾ ਮੇਰੇ ਕਬਜ਼ ਹੋ ਗਈ। ਇਹ ਪੰਜੇ ਚੀਜ਼ਾਂ ਕੀ ਨੇ? ਬੋਡੀ ਦਾ ਮਲ ਅੰਦਰ ਹੈ, ਬੋਡੀ ਦਾ ਜ਼ਹਿਰ ਅੰਦਰ ਹੈ, ਰੂਪ ਅਲੱਗ-ਅਲੱਗ ਨੇ। ਠੀਕ ਹੈ, ਤਾਂ ਜਦੋਂ ਵੀ ਕਿਸੇ ਵੀ ਰੋਗ ਦਾ ਨੈਚੁਰਲੀ ਹੈਲਥ ਸਾਇੰਸ ਰਾਹੀਂ ਇਲਾਜ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਇਲਾਜ ਕਰਨ ਦਾ ਤਰੀਕਾ ਵੀ ਇੱਕੋ ਹੀ ਹੁੰਦਾ ਕਿ ਸਿਰ ਤੋਂ ਲੈ ਕੇ ਪੈਰ ਤੱਕ ਸਾਰੇ ਸਰੀਰ ਦੀ ਸਫਾਈ, ਜ਼ਹਿਰ ਬਾਹਰ ਕੱਢਣਾ। ਉਹ ਗੱਲ ਅਲੱਗ ਹੈ ਕਿ ਇੱਕ ਬੰਦਾ ਕਹਿ ਰਿਹਾ ਜੀ ਮੇਰੇ ਹਾਰਟ 'ਚ ਬਲੋਕੇਜ ਹੈ, ਇੱਕ ਕਹਿ ਰਿਹਾ ਮੇਰੇ ਟਿਊਮਰ ਬਣਿਆ। ਹੁਣ ਉਹ ਸੁਣਨ 'ਚ ਤੁਹਾਨੂੰ ਲੱਗ ਰਿਹਾ ਵੀ ਇੱਕ ਤਾਂ ਹਾਰਟ ਦਾ ਰੋਗ ਹੈ, ਇੱਕ ਤਾਂ ਬ੍ਰੇਨ ਦਾ, ਪਰ ਰੂਟ ਕਾਜ਼ ਕੀ ਹੈ ਕਿ ਮਲ ਅੰਦਰ ਹੈ, ਗੰਦਗੀ ਅੰਦਰ ਹੈ, ਜ਼ਹਿਰ ਅੰਦਰ ਹੈ, ਰੂਪ ਅਲੱਗ-ਅਲੱਗ ਹੈ। ਠੀਕ ਹੈ, ਤਾਂ ਉਹਦਾ ਜਿਹੜਾ ਇਲਾਜ ਕਰਨ ਦਾ ਤਰੀਕਾ ਵੀ ਇੱਕ ਹੈ ਤੇ ਕਾਰਨ ਵੀ ਪਿੱਛੇ ਇੱਕ ਹੀ ਹੈ। ਉਹਦੇ ਰੂਪ, ਉਹਦੀ ਲੈਂਗੁਏਜ, ਉਹਦੀ ਟਰਮੋਲੋਜੀ ਅਲੱਗ-ਅਲੱਗ ਬਣਾਈ ਹੋਏਗੀ, ਲੇਕਿਨ ਨੇਚਰ ਦੇ ਮੁਤਾਬਕ ਉਹਦਾ ਇੱਕ ਹੀ ਹੈ। ਤਾਂ ਉਹਦਾ ਸਾਨੂੰ, ਜਦੋਂ ਸਾਨੂੰ ਕੋਈ ਪੇਸ਼ੈਂਟ ਆਪਦਾ ਰੋਗ ਦੱਸਦਾ ਤਾਂ ਅਸੀਂ ਸਿਰਫ ਉਸ ਮਾਤਰ ਰੋਗ ਦਾ ਇਲਾਜ ਨਹੀਂ ਕਰਨਾ ਹੁੰਦਾ, ਸਾਨੂੰ ਪੂਰੇ ਸਰੀਰ ਦਾ ਇਲਾਜ ਕਰਨਾ ਪੈਂਦਾ ਹੈ। ਇਹੀ ਫਰਕ ਹੈ ਨੈਚੁਰਲ ਹੈਲਥ ਸਾਇੰਸਿਸ ਤੇ ਦੂਸਰੀ ਸਾਇੰਸ ਦੇ ਵਿੱਚ। ਠੀਕ ਹੈ, ਕਿ ਪੂਰੇ ਸਰੀਰ ਦਾ। ਅਦਰਵਾਈਜ਼ ਸਾਡੀ ਆਦਤ ਕੀ ਬਣੀ, ਡਾਕਟਰ ਕੋਲ, ਡਾਕਟਰ ਸਾਹਿਬ ਮੇਰੇ ਇਸ ਜਗ੍ਹਾ 'ਤੇ ਦਰਦ ਹੁੰਦਾ ਹੈ, ਤਾਂ ਡਾਕਟਰ ਨੇ ਇੱਥੇ ਹੀ ਟੈਥੋਸਕੋਪ ਲਗਾਉਣਾ ਔਰ ਇੱਥੋਂ ਦੀ ਹੀ ਉਹਨੇ ਰਿਪੋਰਟਾਂ ਦੱਸਣੀਆਂ। ਬਟ ਨੈਚੁਰਲ ਹੈਲਥ ਸਾਇੰਸ ਕੀ ਕਹਿੰਦੀ ਹੈ, ਪੂਰੇ ਸਰੀਰ 'ਚ ਦੀ ਕੋਖ ਹੋਏਗੀ ਔਰ ਪੂਰੇ ਸਰੀਰ ਦੀ ਹੀ ਸਫਾਈ ਹੋਏਗੀ। ਪੂਰੇ ਸਰੀਰ ਦੇ ਅੰਦਰ ਤੰਤਰ ਜਿਹੜਾ ਹੈਗਾ, ਉਹ ਚਾਹੇ ਉਹ ਲਹੂ ਤੰਤਰ ਹੈ, ਚਾਹੇ ਉਹ ਨਾੜੀ ਤੰਤਰ ਹੈ, ਚਾਹੇ ਉਹ ਸਾਹ ਪ੍ਰਣਾਲੀ, ਚਾਹੇ ਉਹ ਰਸ ਤੰਤਰ ਹੈ, ਉਹ ਪੂਰੇ ਸਰੀਰ ਦਾ ਹੀ ਬੈਲੈਂਸ ਕਰਨਾ ਪਏਗਾ, ਤਾਂ ਹੀ ਚੀਜ਼ ਜੜੋਂ ਨਿਕਲਦੀ ਹੈ। ਕਿਉਂਕਿ ਜ਼ਰੂਰੀ ਨਹੀਂ ਕਿ ਤੁਹਾਡੇ ਦਰਦ ਇੱਥੇ ਨਿਕਲ ਰਹੀ ਹੈ ਤੇ ਜੜ ਇੱਥੇ ਹੋਵੇ, ਦਰਦ ਇੱਥੇ ਨਿਕਲ ਰਹੀ ਹੈ, ਜੜ ਇੱਥੇ ਵੀ ਹੋ ਸਕਦੀ ਹੈ, ਦਰਦ ਇੱਥੇ ਹੋ ਰਹੀ ਹੈ, ਜੜ ਇੱਥੇ ਵੀ ਹੋ ਸਕਦੀ ਹੈ, ਦਰਦ ਲੱਕ 'ਚ ਹੋ ਰਹੀ ਹੈ, ਜੜ ਪਿੱਠ 'ਚ ਵੀ ਹੋ ਸਕਦੀ ਹੈ। ਠੀਕ ਹੈ, ਜਿਵੇਂ ਗੋਲ ਸਟੋਨ ਜਦੋਂ ਬਣਦਾ ਹੈ ਤਾਂ ਦਰਦ ਉਹਦੇ ਬੈਕ ਸਾਈਡ 'ਤੇ ਹੋ ਰਹੀ ਹੁੰਦੀ ਹੈ ਤੇ ਜੜ ਉਹਦੀ ਇੱਥੇ ਹੁੰਦੀ ਹੈ। ਠੀਕ ਹੈ, ਤਾਂ ਸੇਮ ਇਹੀ ਚੀਜ਼ਾਂ ਨੇ। ਤਾਂ ਇਸ ਕਰਕੇ ਇਹ ਪਹਿਲਾ ਸਿਧਾਂਤ ਹੈ ਕਿ ਨੈਚੁਰਲ ਹੈਲਥ ਸਾਇੰਸਿਸ ਦੇ ਵਿੱਚ ਖਾਲੀ ਅਸੀਂ ਇਹਨਾਂ ਸ਼ਾਰਟਕਟ ਨਾ ਮਾਰੀਏ ਵੀ ਮੇਰਾ ਗੋਡਾ ਕੱਲਾ ਠੀਕ ਹੋ ਜੇ, ਪਰ ਗੋਡੇ ਪਿੱਛੇ ਕਾਰਨ ਕਬਜ਼ ਵੀ ਹੋ ਸਕਦੀ ਹੈ ਨਾ, ਗੋਡੇ ਦਰਦ ਹੋਣ ਪਿੱਛੇ ਕਾਰਨ ਲੀਵਰ ਵੀ ਹੋ ਸਕਦਾ ਹੈ, ਗੋਡਾ ਦਰਦ ਹੋਣ ਪਿੱਛੇ ਕਾਰਨ ਤੁਹਾਡੇ ਅੰਦਰ ਫਾਈਬਰੇਟ ਵੀ ਹੋ ਸਕਦਾ, ਸਿਸਟ ਵੀ ਹੋ ਸਕਦੀ, 100 ਕਾਰਨ, ਸਾਰੇ ਸਰੀਰ 'ਤੇ ਕੰਮ ਕਰਨਾ ਪੈਂਦਾ। ਠੀਕ ਹੈ, ਇਹੀ ਬਿਊਟੀ ਹੈ ਇਹਦੀ, ਇਸ ਨੈਚੁਰਲ ਹੈਲਥ ਸਾਇੰਸ ਦੀ, ਕਿ ਇਹਨੇ ਕੁਝ ਵੀ ਅੰਦਰ ਦੱਬਿਆ ਨਹੀਂ ਰਹਿਣ ਦੇਣਾ, ਸਾਰਾ ਬਾਹਰ ਲਾਉਣਾ। ਇਹ ਪਹਿਲਾ ਸਿਧਾਂਤ। ਦੂਸਰਾ, ਰੋਗਾਂ ਦੇ ਕਾਰਨ ਕੀਟਾਣੂ ਨਹੀਂ ਹਨ। ਨੇਚਰੋਪੈਥੀ ਗ੍ਰੰਥਾਂ 'ਚ ਪਹਿਲਾਂ ਲਿਖਿਆ ਹੈ ਰੋਗਾਂ ਦੇ ਕਾਰਨ ਕੀਟਾਣੂ ਨਹੀਂ ਹਨ। ਕਿਉਂ? ਕੁਦਰਤ ਨੂੰ ਕੀਟਾਣੂ ਇਹ ਨਹੀਂ ਕਿ ਅੱਜ ਆਏ ਆ, ਸਾਡੇ ਤੋਂ ਪਹਿਲਾਂ ਵੀ ਕੀਟਾਣੂ ਸੀ। ਠੀਕ ਹੈ, ਸਾਡੇ ਤੋਂ ਪਹਿਲਾਂ ਵੀ ਬੈਕਟੀਰੀਆ ਸੀ, ਵਾਇਰਸ ਸੀ। ਠੀਕ ਹੈ, ਤੇ ਅਸੀਂ ਪੈਦਾ ਵੀ ਸਾਰੇ ਕੀਟਾਣੂਆਂ ਤੋਂ ਹੀ ਹੋਏ ਆ, ਵਾਇਰਸ ਬੈਕਟੀਰੀਆ ਤੋਂ ਹੀ ਹੋਏ ਆ। ਠੀਕ ਹੈ, ਤਾਂ ਕੁਦਰਤ ਨੇ ਹਰ ਚੀਜ਼ ਦਾ ਕੰਬੀਨੇਸ਼ਨ ਬਣਾਇਆ ਹੋਇਆ। ਜੇ ਉਹਨੇ ਮਾੜਾ ਬੈਕਟੀਰੀਆ ਦਿੱਤਾ, ਨਾਲ ਉਹਦਾ ਚੰਗਾ ਵੀ ਦਿੱਤਾ ਹੋਇਆ। ਜੇ ਸਾਡੀ ਸਕਿਨ ਦੇ ਵਿੱਚ ਬੈਡ ਬੈਕਟੀਰੀਆ ਨੇ ਤੇ ਨਾਲ ਉਹਦੇ ਗੁੱਡ ਬੈਕਟੀਰੀਆ ਵੀ ਹਨ। ਠੀਕ ਹੈ, ਜਿਹੜੇ ਇਹਨੂੰ ਪ੍ਰੋਟੈਕਟ ਕਰਦੇ ਨੇ ਹਰ ਜਗ੍ਹਾ 'ਤੇ। ਸੋ ਰੋਗਾਂ ਦਾ ਜਿਹੜਾ ਮੇਜਰ ਕਾਰਨ ਜਿਹੜਾ ਦਿਖਾਇਆ ਅੱਜ ਕੱਲ੍ਹ, ਦੇਖ ਲਿਆ ਜੇ ਐਡ ਦੇਖੀਏ ਨਾ, ਇੱਕ ਸਾਈਡ 'ਤੇ ਐਡ, ਇੱਕ ਸਾਈਡ 'ਤੇ ਕਲੌਕ ਚੱਲ ਰਿਹਾ ਹੁੰਦਾ, ਕਹਿੰਦਾ 99% ਕੀਟਾਣੂਆਂ का विनाशक। ਠੀਕ ਹੈ, ਉਹ ਇੱਕ ਪਲਾਸੀਬੋ ਇਫੈਕਟ ਕ੍ਰੀਏਟ ਕੀਤਾ ਜਾ ਰਿਹਾ ਹੁੰਦਾ। ਠੀਕ ਹੈ, ਕਿ ਇਹਦੇ ਨਾਲ ਸਾਰੇ ਕੀਟਾਣੂ, ਬਟ ਉਹ ਉਵੇਂ ਹੈ ਜਿਵੇਂ RO ਸਿਸਟਮ ਪਾਣੀ ਨੂੰ ਸਾਫ਼ ਕਰਦਾ ਹੈ, ਕਿਉਂਕਿ ਉਹਨੂੰ ਨਹੀਂ ਪਤਾ ਕਿ ਚੰਗੇ ਰੱਖਣੇ ਆ। ਸੇਮ ਹੀ ਆ, ਕੀਟਾਣੂ ਮਾਰਨ ਦੇ ਚੱਕਰ 'ਚ ਅਸੀਂ ਆਪਣੇ ਜਿਹੜੇ ਦੋਸਤ ਕੀਟਾਣੂ ਉਹ ਵੀ ਮਾਰ ਦਿੰਦੇ ਹਾਂ, ਤਾਂ ਉਹ ਇੱਕ ਰੀਜ਼ਨ ਬਣ ਜਾਂਦਾ ਹੈ ਬਿਮਾਰੀ ਦਾ, ਨਾ ਕਿ ਬੈਡ ਕੀਟਾਣੂ ਰੀਜ਼ਨ ਬਣ ਜਾਂਦਾ। ਕਿਉਂਕਿ ਬੈਡ ਦੇ ਨਾਲ ਲੜਨ ਲਈ
ਅਸੀਂ ਬੈਡ ਤੇ ਫੋਕਸ ਨਹੀਂ ਕਰਨਾ, ਅਸੀਂ ਫੋਕਸ ਕਰਨਾ ਕਿ ਜਿਹੜੇ ਸਾਡੇ ਮਿੱਤਰ ਕੀਟਾਣੂ ਨੇ ਉਹ ਜਿੰਦਾ ਜ਼ਿਆਦਾ ਹੋਣ, ਤਾਂ ਬੈਡ ਆਪਣੇ ਆਪ ਹੀ ਮਰ ਜਾਣਗੇ। ਉਹਨੂੰ ਜਿੰਦਾ ਜ਼ਿਆਦਾ ਰੱਖਣ ਲਈ ਜਿਹੜੇ ਮਿੱਤਰ ਕੀਟਾਣੂ ਨੇ ਸਾਨੂੰ ਇਮਿਊਨਿਟੀ 'ਤੇ ਕੰਮ ਕਰਨਾ ਪਏਗਾ। ਤਾਂ ਆਪਣੀ ਇਮਿਊਨਿਟੀ 'ਤੇ ਫੋਕਸ ਕਰਨਾ ਚਾਹੀਦਾ ਹੈ, ਨਾ ਕਿ ਅਸੀਂ ਬੈਡ ਬੈਕਟੀਰੀਆ 'ਤੇ ਫੋਕਸ ਕਰਨਾ। ਤੇ ਜਦੋਂ ਅਸੀਂ ਹੁਣ ਸਾਡਾ ਧਿਆਨ ਕੀਤੇ ਕਰਵਾ ਦਿੱਤਾ ਗਿਆ ਬੈਡ ਬੈਕਟੀਰੀਆ, ਐਂਟੀਬਾਇਓਟਿਕ ਦਿਓ ਤੇ ਮਾਰੋ, ਤੇ ਉਹਦੇ ਨਾਲ ਆਪਣੇ ਦੋਸਤ ਕੀਟਾਣੂ ਵੀ ਮਰ ਜਾਂਦੇ। ਦੋਸਤਾਂ ਦਾ ਨਾਂ ਹੀ ਨਹੀਂ ਨਾ ਲੈਂਦੇ, ਉਹਦਾ ਤਾਂ ਜ਼ਿਕਰ ਹੀ ਨਹੀਂ ਆਉਣ ਦਿੰਦੇ ਵੀ ਦੋਸਤ ਵੀ ਹੈਗਾ ਇਹਨਾਂ 'ਚ, ਕਹਿੰਦੇ ਸਾਰੇ ਦੁਸ਼ਮਣ ਨੇ, ਸਾਰੇ ਮਾਰ ਦਿਓ, ਠੀਕ ਹੈ। ਉਹਦੇ 'ਚ ਕਈ ਭਾਈ ਨੇ ਉਹ ਵੀ ਕਹਿੰਦੇ ਨਗਾ ਦਿਓ, ਛੱਡੋ, ਇਹ ਤਾਂ ਇਹ ਵੀ ਤੁਹਾਡੇ ਦੁਸ਼ਮਣ ਨੇ, ਦੁਸ਼ਮਣ ਰਲੇ ਹੋਏ। ਤਾਂ ਉਸ ਚੱਕਰ ਦੇ ਵਿੱਚ ਅਸੀਂ ਜ਼ਿਆਦਾ ਰੋਗੀ ਹੋ ਗਏ। ਸੋ ਇਹ ਦੂਸਰਾ ਇਫੈਕਟ ਹੈਗਾ ਕਿ ਰੋਗਾਂ ਦੇ ਜਿਹੜੇ ਕਾਰਨ ਨੇ ਉਹ ਕੀਟਾਣੂ ਨਹੀਂ ਹੁੰਦੇ, ਠੀਕ ਹੈ। ਜੇ ਕੀਟਾਣੂ ਹਨ ਤਾਂ ਅਸੀਂ ਨਾ ਮਾੜੇ ਕੀਟਾਣੂਆਂ 'ਤੇ ਫੋਕਸ ਕਰਨਾ, ਅਸੀਂ ਫੋਕਸ ਕਰਨਾ ਤੇ ਆਪਦੀ ਇਮਿਊਨਿਟੀ 'ਤੇ। ਆਪਦੀ ਇਮਿਊਨਿਟੀ ਨੂੰ ਫੋਕਸ ਕਰੋ, ਇਮਿਊਨਿਟੀ ਨੂੰ ਨਾ ਡੈਮੇਜ ਹੋਣ ਦਿਓ। ਜੇ ਤੁਹਾਡੇ ਕੋਲ ਇਮਿਊਨਿਟੀ ਹੈ, ਰੋਗਾਂ ਨਾਲ ਲੜਨ ਦੀ ਤਾਕਤ ਹੈ, ਤਾਂ ਗੁੱਡ ਬੈਕਟੀਰੀਆ, ਗੁੱਡ ਕੀਟਾਣੂ ਤੁਹਾਡੇ ਮਿੱਤਰ ਦੀ ਤਰ੍ਹਾਂ ਤੁਹਾਡੀ ਸਪੋਰਟ 'ਚ ਖੜੇ ਨੇ ਤੁਹਾਨੂੰ ਸੁਰੱਖਿਅਤ ਕਰਨ ਲਈ। ਜੇ ਅਸੀਂ ਇਕੱਲਾ ਇਹੀ ਬੋਲੀ ਜਾਂਦੇ ਕੀਟਾਣੂ ਮਾਰ ਰਹੇ, ਕੀਟਾਣੂ ਮਾਰ ਰਹੇ, ਤੇ ਅਸੀਂ ਤਾਂ ਆਪ ਕੀਟਾਣੂ ਭਲਾ ਆਪ ਮਰੀਏ ਫਿਰ, ਠੀਕ ਹੈ। ਸਾਡੇ ਪੇਟ 'ਚ ਵੀ ਚੰਗੇ ਕੀਟਾਣੂ ਨੇ, ਠੀਕ ਹੈ, ਗੁੱਡ ਐਂਜ਼ਾਈਮ ਜਿਹਨੂੰ ਅਸੀਂ ਕਹਿ ਦਿੰਦੇ, ਤੇ ਫਿਰ ਉਹਨੂੰ ਵੀ ਮਾਰੋ ਅੱਗੇ ਹੋ ਕੇ, ਠੀਕ ਹੈ। ਤੇ ਸਾਡਾ ਜਿਹੜਾ ਜੀਵਨ ਹੈ ਉਹ ਵੀ ਉਸ ਚੀਜ਼ ਤੋਂ ਸ਼ੁਰੂ ਹੁੰਦਾ, ਤੇ ਫਿਰ ਉਹਨੂੰ ਵੀ ਮਾਰੋ। ਤਾਂ ਅਲਟੀਮੇਟ ਉਹ ਇੱਕ ਗਲਤ ਪਰਸੈਪਸ਼ਨ ਬਣਾਈ ਗਈ। ਤੀਸਰਾ ਹੈਗਾ ਤੀਵਰ ਰੋਗ ਦੁਸ਼ਮਣ ਨਹੀਂ ਮਿੱਤਰ ਹੁੰਦੇ ਆ। ਬਹੁਤ ਜ਼ਿਆਦਾ ਖਤਰਨਾਕ ਰੋਗ ਨੇ। ਜਲਦੀ ਆ ਗਿਆ, ਜਲਦੀ ਤੀਵਰ ਕੀ ਬੁਖਾਰ ਆ ਗਿਆ, ਬੁਖਾਰ ਆ ਗਿਆ, ਬਹੁਤ ਜ਼ਿਆਦਾ ਜ਼ੁਕਾਮ ਆ ਗਿਆ, ਬਹੁਤ ਜ਼ਿਆਦਾ ਖਾਂਸੀ ਆ ਗਈ, ਠੀਕ ਹੈ। ਇਹ ਤੀਵਰ ਰੋਗ ਨੇ, ਇਹ ਸਾਡੇ ਦੋਸਤ ਨੇ, ਦੁਸ਼ਮਣ ਨਹੀਂ। ਕਿਉਂਕਿ ਸਰੀਰ ਤੀਵਰ ਰੋਗ ਉਦੋਂ ਦਿੰਦਾ ਜਦੋਂ ਤੁਹਾਡੇ ਅੰਦਰ ਕੁਦਰਤੀ ਦਰਵਾਜ਼ੇ ਬੰਦ ਹੋ ਜਾਂਦੇ ਨੇ। ਹਾਂ, ਕੁਦਰਤੀ ਦਰਵਾਜ਼ੇ ਜਦੋਂ ਬੰਦ ਹੋ ਜਾਂਦੇ ਨੇ ਤਾਂ ਫਿਰ ਸਰੀਰ ਐਮਰਜੈਂਸੀ ਦਰਵਾਜ਼ਾ ਲੱਭਦਾ, ਬੁਖਾਰ ਹੋ ਜਾਵੇ, ਠੀਕ ਹੈ, ਛਿੱਕ ਆ ਜਾਵੇ, ਫੇਫੜਿਆਂ 'ਚ ਐਲਰਜੀ ਬਣੇਗੀ ਤੇ ਛਿੱਕ ਆਏਗੀ, ਤੇ ਜੇ ਤੁਸੀਂ ਛਿੱਕਾਂ ਦੀ ਦਵਾਈ ਖਾਓਗੇ ਤਾਂ ਦਮਾ ਹੋ ਜਾਏਗਾ, ਠੀਕ ਹੈ। ਖਾਂਸੀ ਨੂੰ ਇੱਕਦਮ ਰੋਕਣ ਦੀ ਦਵਾਈ ਖਾਓਗੇ ਤਾਂ ਵੀ ਫੇਫੜਿਆਂ ਦੇ ਉੱਤੇ ਇਫੈਕਟ ਆ ਜਾਣਾ ਹੈਗਾ, ਲੀਵਰ ਡਿਸਆਰਡਰ ਹੋ ਜਾਣਾ ਹੈਗਾ। ਇੱਕਦਮ ਲੂਜ਼ ਮੋਸ਼ਨ ਰੋਕੋਗੇ ਤਾਂ ਪੇਟ ਦੇ ਅੰਦਰ ਸੰਗਰੈਂਡੀ ਦੀ ਸਮੱਸਿਆ, ਪਾਇਲਸ ਦੀ ਸਮੱਸਿਆ ਔਰ ਕੋਲਨ ਕੈਂਸਰ ਵੀ ਹੋ ਸਕਦਾ ਹੈ, ਠੀਕ ਹੈ। ਤਾਂ ਇਹ ਸਾਰੇ ਜਿਹੜੇ ਤੀਵਰ ਰੋਗ ਹੁੰਦੇ ਨੇ, ਇਹ ਇਨਸਾਨ ਮਾਂ ਦੇ ਗਰਭ ਤੋਂ ਨਾਲ ਲੈ ਕੇ ਆਉਂਦਾ। ਤੀਵਰ ਰੋਗ ਦੇ ਵਿੱਚ ਆ ਗਿਆ ਬੁਖਾਰ ਆ ਗਿਆ, ਛਿੱਕ, ਜ਼ੁਕਾਮ, ਖਾਂਸੀ, ਫੋੜਾ, ਫਿੰਸੀ, ਉਲਟੀ ਔਰ ਦਸਤ, ਇਹ ਸਾਰੇ ਤੀਵਰ ਰੋਗ ਨੇ। ਔਰ ਇਹਨੂੰ ਮਾਂ ਦੇ ਗਰਭ ਤੋਂ ਪ੍ਰਕਿਰਤੀ ਸਾਡੇ ਅੰਦਰ ਡਿਜ਼ਾਈਨ ਕਰਦੀ ਹੈ। ਕਿਉਂ? ਕਿਉਂਕਿ ਜਦੋਂ ਵੀ ਸਾਡੇ ਸਰੀਰ 'ਚ ਜ਼ਹਿਰ ਬਣੇਗਾ, ਇਹ ਤੀਵਰ ਰੋਗ ਐਕਟਿਵ ਹੋਣਗੇ, ਗੰਦਗੀ ਬਾਹਰ ਕੱਢਣਗੇ, ਸਾਨੂੰ ਬਚਾ ਲੈਣਗੇ। ਅਸੀਂ ਇਹਨੂੰ ਨੂੰ ਸਮਝ ਨਹੀਂ ਪਾ ਰਹੇ। ਫੀਵਰ ਦੀ ਪਰਿਭਾਸ਼ਾ ਚੇਂਜ ਹੋ ਗਈ, ਬੁਖਾਰ ਦੀ ਪਰਿਭਾਸ਼ਾ ਚੇਂਜ ਹੋ ਗਈ। ਉਹ ਕਹਿੰਦੇ ਜੀ ਜਿਵੇਂ ਹੀ 100 ਹੋਇਆ ਨਾਲ ਦੀ ਨਾਲ ਹੀ ਕੁਛ ਨਾ ਕੁਛ ਖਾ ਲਓ, ਨਾਲ ਦੀ ਨਾਲ ਹੀ ਕੰਟੈਕਟ ਕਰੋ। ਇਹ ਸਾਰੀਆਂ ਪਰਸੈਪਸ਼ਨਸ ਨੇ ਜਿਹੜੀਆਂ, ਕਿਉਂਕਿ ਜੇ ਫੀਵਰ ਆਇਆ ਤਾਂ ਉਹ ਸਾਡੇ ਅੰਦਰ ਉਸ ਜ਼ਹਿਰ ਨੂੰ ਸਾੜਨ ਲਈ ਆਇਆ, ਉਸ ਬੈਕਟੀਰੀਆ ਨੂੰ ਬਰਨ ਕਰਨ ਵਾਸਤੇ ਆਇਆ, ਉਸ ਫਲੂ ਵਾਇਰਸ ਨੂੰ ਬਰਨ ਕਰਨ ਵਾਸਤੇ। ਉਹਨੂੰ ਟਾਈਮ ਤਾਂ ਦਈਏ। ਇੱਥੇ ਤਾਂ ਆਪਾਂ ਮਾੜਾ ਜਿਹਾ ਬੁਖਾਰ ਹੁੰਦਾ, ਨਹੀਂ ਤਾਂ ਪਹਿਲਾਂ 325 ਆਇਆ ਕਰਦੀ ਸੀ ਪੈਰਾਸਟਾਮੋਲ, ਅੱਜ ਉਹ 650 ਤੇ ਆ ਚੁੱਕੀ ਹੈ ਡੋਲੋ ਜਿਹੜੀ ਹੈ, ਤੇ ਉਹ ਮਤਲਬ 325 ਤੇ ਅਸਰ ਕਰਨਾ ਬੰਦ ਕਰਤਾ। 650 ਵੀ ਜਿਹੜੀ ਆ ਉਹ ਜਿਹੜੀ 3 ਵਾਰੀ ਦੇ ਰਹੇ ਨੇ, ਤਾਂ ਉਹ ਸੱਤਿਆਨਾਸ਼ ਮਾਰ ਰਹੇ ਸਰੀਰ ਦਾ। ਜਿਹੜੀ ਕਿ ਬੈਨ ਹੈ ਫਿਰ ਵੀ ਦਿੱਤੀ ਜਾ ਰਹੀ ਹੈ, ਠੀਕ ਹੈ। ਸੋ ਤੀਵਰ ਰੋਗ ਸਾਡੇ ਦੋਸਤ ਨੇ, ਸਾਡੇ ਦੁਸ਼ਮਣ ਨਹੀਂ ਗੇ। ਇਹਦੀ ਪਰਸੈਪਸ਼ਨ, ਇਹਦੀ ਡੈਫੀਨੇਸ਼ਨ ਅਸੀਂ ਸਹੀ ਤਰੀਕੇ ਨਾਲ ਸਮਝੀਏ, ਠੀਕ ਹੈ। ਔਰ ਚੌਥਾ ਸਿਧਾਂਤ ਹੈ ਕੁਦਰਤ ਖੁਦ ਡਾਕਟਰ ਹੈ। ਕੁਦਰਤ ਖੁਦ ਡਾਕਟਰ ਹੈ। ਜਿਵੇਂ ਆਪਾਂ ਤੀਵਰ ਰੋਗ ਦੀ ਗੱਲ ਕੀਤੀ ਹੈ, ਤੀਵਰ ਰੋਗ ਅੰਦਰਲਾ ਡਾਕਟਰ ਹੀ ਲਗਾਉਂਦਾ ਹੈ। ਜਿਹਨੂੰ ਪਤਾ ਕਿ ਐਮਰਜੈਂਸੀ ਡੋਰ ਨਾਰਮਲ ਦਰਵਾਜ਼ੇ ਬੰਦ ਹੋ ਗਏ ਤੇ ਐਮਰਜੈਂਸੀ ਡੋਰ ਓਪਨ ਕੀਤਾ ਜਾਵੇ, ਉਹ ਅੰਦਰਲਾ ਡਾਕਟਰ ਹੀ ਕਰਵਾਉਂਦਾ, ਠੀਕ ਹੈ। ਬੱਚਾ ਜਦੋਂ ਪੈਦਾ ਹੁੰਦਾ ਉਹਨੂੰ ਨਾ ਤੇ ਨਰਸ ਕਹਿੰਦੀ ਹੈ ਕਿ ਰੋ, ਨਾ ਹੀ ਮਾਂ ਕਹਿੰਦੀ ਰੋ। ਕੌਣ ਕਹਿੰਦਾ? ਅੰਦਰਲਾ ਡਾਕਟਰ ਕਹਿੰਦਾ ਤੂੰ ਰੋ। ਉਹ ਰੋਂਦਾ ਤਾਂ ਉਹਦੇ ਬ੍ਰੇਨ ਤੱਕ ਆਕਸੀਜਨ ਜਾਂਦੀ ਹੈ, ਉਹਦੇ ਸਾਰੇ ਤੰਤਰ ਉਹਦੇ ਐਕਟਿਵ ਹੋ ਜਾਂਦੇ ਆ, ਠੀਕ ਹੈ। ਅਦਰਵਾਈਜ਼ ਅੱਛਾ ਜਿਹਦਾ ਬੱਚਾ ਨਹੀਂ ਰੋਂਦਾ, ਸਾਰਾ ਪਰਿਵਾਰ ਸਣੇ, ਸਟਾਫ, ਨਰਸ, ਡਾਕਟਰ ਟੈਨਸ਼ਨ 'ਚ ਹੁੰਦੇ ਨੇ, ਕਿਉਂਕਿ ਉਹ ਰੋ ਨਹੀਂ ਰਿਹਾ, ਉਹਨੂੰ ਪਤਾ ਵਾ ਇਹ ਹਾਈਪੋਕਸੀਆ ਦੀ ਪ੍ਰੋਬਲਮ ਹੋ ਜਾਣੀ ਹੈ, ਆਕਸੀਜਨ ਲੈਵਲ ਘੱਟ ਜਾਣਾ ਬ੍ਰੇਨ ਦੇ ਵਿੱਚ। ਤਾਂ ਇਹ ਇਸੇ ਕਰਕੇ ਕੁਦਰਤੀ ਜਿਹੜਾ ਡਾਕਟਰ ਹੈਗਾ ਉਹ ਕੁਦਰਤ ਖੁਦ ਡਾਕਟਰ ਹੈ ਸਾਡੇ ਬਹੁਤ ਸਾਰੇ ਇਲਾਜ ਦੀ। ਸਾਡੀ ਸਕਿਨ ਕੱਟੀ ਜਾਂਦੀ ਹੈ, ਠੀਕ ਹੈ। ਇਹਨੂੰ ਸਕਿਨ ਜਿਹੜੀ ਚਮੜੀ ਆਪਸ ਜੁਆਇੰਟ ਬਣ ਜਾਂਦਾ, ਸਾਡੀ ਹੱਡੀ ਟੁੱਟ ਜਾਂਦੀ ਹੈ, ਉਸ ਕੁਦਰਤ ਖੁਦ ਉਹਨੂੰ ਜੋੜਦੀ ਹੈ। ਹਾਂ, ਕੁਝ ਨਿਯਮ ਨੇ ਜਿਹੜੇ ਸਾਨੂੰ ਫੋਲੋ ਕਰਨੇ ਪੈਣਗੇ। ਹੁਣ ਹੱਡੀ ਟੁੱਟ ਜਾਵੇ, ਰਹਿੰਦੇ ਅਸੀਂ ਪੱਕੀ ਜਗ੍ਹਾ 'ਤੇ ਆ, ਸੂਰਜ ਦੀ ਰੋਸ਼ਨੀ ਨਹੀਂ ਲੈਂਦੇ, ਤੇ ਆਖੇ ਇਹ ਜੁੜਦੀ ਕਿਉਂ ਨਹੀਂ ਪਈ,
ਉਹ ਤਾਂ ਸਾਨੂੰ ਨਿਯਮ ਵੀ ਪਤਾ ਹੋਣੇ ਚਾਹੀਦੇ ਨੇ ਵੀ ਮਿੱਟੀ ਤੇ ਚੱਲਣਾ ਹੈ, ਮਿੱਟੀ ਦਾ ਲੇਪ ਵੀ ਚਾਹੀਦਾ, ਸਨਲਾਈਟ ਵੀ ਚਾਹੀਦੀ ਹੈ, ਉੱਤੋਂ ਤੁਹਾਨੂੰ ਡਾਈਟ ਵੀ ਉਸ ਤਰ੍ਹਾਂ ਦੀ ਚਾਹੀਦੀ ਹੈ, ਫਿਰ ਜਾ ਕੇ ਇਹ 90 ਤੋਂ 6 ਮਹੀਨੇ ਦੇ ਵਿੱਚ ਜੁੜੇਗੀ ਅਕੋਰਡਿੰਗ ਟੂ ਏਜ। ਠੀਕ ਹੈ, ਉਹ ਹੋ ਗਿਆ ਨੇਚਰ ਦਾ ਲਾਅ ਫੋਲੋ ਕੀਤਾ। ਸੋ ਪੰਜਵਾਂ ਜਿਹੜਾ ਪ੍ਰਿੰਸੀਪਲ ਹੁੰਦਾ ਨੈਚੁਰਲੀ ਹੈਲਥ ਸਾਇੰਸਿਸ ਦਾ, ਉਹ ਹੈਗਾ ਇਲਾਜ ਰੋਗ ਦਾ ਨਹੀਂ, ਪੂਰੇ ਸਰੀਰ ਦਾ ਹੁੰਦਾ, ਜਿਹੜਾ ਮੈਂ ਸਟਾਰਟਿੰਗ ਤੇ ਐਕਸਪਲੇਨ ਵੀ ਕਰ ਚੁੱਕਿਆ। ਠੀਕ ਹੈ, ਪੂਰੇ ਸਰੀਰ ਦਾ ਇਲਾਜ ਹੋਣਾ ਵਾ। ਤੁਸੀਂ ਚਾਹੇ ਇੱਕ ਰੋਗ ਦੱਸੋ ਸਾਨੂੰ, ਚਾਹੇ 5 ਦੱਸੋ। ਬ੍ਰੇਨ ਤੋਂ ਲੈ ਕੇ ਪੈਰ ਦੀ ਨਾੜੀ ਤੱਕ ਦੀ ਹਰ ਦੀ ਸਫਾਈ ਹੋਣੀ ਹੈ, ਬ੍ਰੇਨ ਤੋਂ ਲੈ ਕੇ ਪੈਰ ਦੀ ਨਾੜੀ ਤੱਕ ਦੀ ਸਭ ਦੀ ਰੀਫਾਰਮੇਸ਼ਨ ਹੋਣੀ ਹੈ। ਹਰ ਜਗ੍ਹਾ ਤੇ ਸੈੱਲ ਨੇ ਦੁਬਾਰਾ ਐਕਟਿਵ ਕਿਵੇਂ ਹੋਣਾ, ਉਸ ਚੀਜ਼ ਤੇ ਕੰਮ ਹੋਣਾ ਵਾ। ਔਰ ਵੱਡੀ ਚੀਜ਼, ਸਾਡੀ ਹਰ ਰੈਮਡੀਜ਼, ਖਾਸ ਕਰਕੇ ਇਲੈਕਟ੍ਰੋ ਰੈਮਡੀਜ਼, ਇਹ ਸਾਡੀ ਬਾਡੀ ਦੇ ਸੈੱਲ ਦੇ RNA ਔਰ DNA ਤੇ ਕੰਮ ਕਰਦੀ ਹੈ। ਠੀਕ ਹੈ, RNA ਔਰ DNA ਤੇ ਕੰਮ ਕਰਦੀ ਹੈ। ਔਰ RNA DNA ਦਾ ਮਤਲਬ ਕਿ ਹਰ ਕੋਸ਼ਿਕਾ, ਹਰ ਸੈੱਲ, ਜਿੰਨੇ ਵੀ ਕਰੋੜਾਂ ਸੈੱਲ ਨੇ, ਸਭ ਤੇ ਇੱਕ ਇੱਕ ਦੇ ਅੰਦਰ ATP ਤਿਆਰ ਹੁੰਦਾ ਹੈ, ਅਡੀਨੋਸਾਈਨ ਟ੍ਰਾਈਫੋਸਫੇਟ, ਜਿਹਨੂੰ ਆਪਾਂ એનર્ਜੀ ਹਾਊਸ ਵੀ ਕਹਿੰਦੇ ਹਾਂ, ਹਰ ਸੈੱਲ 'ਚ ਤਿਆਰ ਹੋਣਾ ਹੈ। ਤਾਂ ਜਦੋਂ ਕੰਮ ਹੀ ਸੈੱਲ 'ਤੇ ਹੋਣਾ ਹੈ ਤਾਂ ਪੂਰੇ ਸਰੀਰ 'ਤੇ ਕਰਨਾ ਪੈਣਾ। ਤੁਹਾਡੇ ਲਈ ਉਹ ਇੱਕ ਆਰਗਨ ਹੈ, ਤੁਸੀਂ ਲੀਵਰ ਕਹਿ ਦਿੱਤਾ, ਤੁਸੀਂ ਹਾਰਟ ਕਹਿ ਦਿੱਤਾ, ਤੁਸੀਂ ਕਿਡਨੀ ਕਹਿ ਦਿੱਤੀ, ਲੇਕਿਨ ਨੈਚੁਰਲ ਸਾਇੰਸਿਸ ਦੇ ਮੁਤਾਬਕ ਸਾਡੇ ਕੋਲ ਜੋ ਪद्धਤੀ ਨੇ, ਸਾਡੇ ਕੋਲ ਰੈਮਡੀਜ਼ ਨੇ, ਉਹਨਾਂ ਦੀ R&D ਦੇ ਮੁਤਾਬਕ ਸਾਨੂੰ ਉਹਦੇ ਹਰ ਸੈੱਲ 'ਤੇ ਕੰਮ ਕਰਨਾ ਪੈਂਦਾ, ਤਾਂ ਹੀ ਅਸੀਂ ਉਹਨੂੰ ਸੈੱਲ ਫੂਡ ਬੋਲਦੇ ਹੈਗੇ ਹਾਂ। ਠੀਕ ਹੈ, ਨੈਕਸਟ 6ਵਾਂ ਹੈਗਾ ਰੋਗ ਨਿਦਾਨ ਦੀ ਕੋਈ ਵਿਸ਼ੇਸ਼ ਜ਼ਰੂਰਤ ਨਹੀਂ ਹੁੰਦੀ। ਰੋਗ ਨਿਦਾਨ ਦਾ ਮਤਲਬ ਹੁੰਦਾ ਆਪਰੇਸ਼ਨ। ਠੀਕ ਹੈ, ਇਹ ਜਿਹੜੀ ਪ੍ਰੈਕਟਿਸ ਹੈ, ਠੀਕ ਹੈ, ਇਹਦੀ ਸਰੀਰ ਨੂੰ ਜ਼ਰੂਰਤ ਨਹੀਂ ਹੁੰਦੀ। ਹਾਂ, ਇਹਦੀ ਜ਼ਰੂਰਤ ਕਦੋਂ ਹੁੰਦੀ ਵੀ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਲਾਸਟ ਤੀਸਰੇ ਨੰਬਰ 'ਤੇ ਦੱਸਿਆ ਕਿ ਤੀਵਰ ਰੋਗ ਦੁਸ਼ਮਣ ਨਹੀਂ ਮਿੱਤਰ ਹਨ, ਔਰ ਚੌਥੇ ਨੰਬਰ ਦੱਸਿਆ ਕੁਦਰਤ ਖੁਦ ਡਾਕਟਰ ਹੈ। ਇਹ ਦੋਨੇ ਚੀਜ਼ਾਂ ਨੂੰ ਜਦੋਂ ਦਬਾਵਾਂਗੇ ਫਿਰ ਰੋਗ ਨਿਦਾਨ ਦੀ ਜ਼ਰੂਰਤ ਪਏਗੀ। ਜਦੋਂ ਤੁਸੀਂ ਆਪਣੇ ਜ਼ੁਕਾਮ ਨੂੰ ਦਬਾ ਲਿਆ ਤਾਂ ਦਮੇ ਦੇ ਮਰੀਜ਼ ਹੋ ਗਏ। ਜਦੋਂ ਤੁਸੀਂ ਆਪਣੇ ਲੀਵਰ ਦੇ ਵਿਗੜ ਰਹੇ ਲੱਛਣ ਨੂੰ ਦਬਾਉਂਦੇ ਰਹੇ ਰੋਜ਼ ਟੈਬਲੇਟ ਦੇ ਦੇ ਕੇ, ਤਾਂ ਉਹ ਫੈਟੀ ਲੀਵਰ ਹੋ ਗਿਆ। ਜਦੋਂ ਅਸੀਂ ਆਪਣੇ ਡਾਈਜੈਸਟਿਵ ਸਿਸਟਮ ਨੂੰ ਦਬਾਉਂਦੇ ਰਹੇ, ਜਾਂ ਗੈਸਟ੍ਰਿਕ ਪ੍ਰੋਬਲਮ ਦੀ ਵਜ੍ਹਾ ਨਾਲ, ਇੰਡਾਈਜੈਸ਼ਨ ਦੀ ਵਜ੍ਹਾ ਨਾਲ, ਕੁਝ ਪਚ ਨਹੀਂ ਰਿਹਾ ਉਹਦੀ ਵਜ੍ਹਾ ਨਾਲ, ਤਾਂ ਕਿਸੇ ਵੀ ਤਰ੍ਹਾਂ ਦਾ ਰੋਗ ਸਰੀਰ ਦੇ ਵਿੱਚ ਰੋਜ਼ ਕੰਪਰੈਸ ਕਰ ਰਹੇ ਹਾਂ, ਦਬਾ ਰਹੇ ਹਾਂ, ਲਾਸਟ ਇੱਕ ਦਿਨ ਬਲਾਸਟ ਹੁੰਦਾ ਠਾ ਕਰਕੇ। ਬਲਾਸਟ ਕੀ ਹੁੰਦਾ? ਕੋਈ ਭਿਆਨਕ ਰੋਗ, ਡਾਇਬਟਿਕ ਹੋ ਗਿਆ, ਬਾਡੀ ਡਾਇਬਟਿਕ ਹੋ ਗਈ, ਅਸਥਮਾ ਹੋ ਗਿਆ, ਠੀਕ ਹੈ, ਮਾਈਗ੍ਰੇਨ ਹੋ ਗਿਆ, ਗੈਟਿੰਗ ਸਟੋਨ ਬਣ ਗਿਆ, ਲੀਵਰ ਫੈਟੀ ਹੋ ਗਿਆ, ਠੀਕ ਹੈ, ਲੀਵਰ ਸੋਰਾਇਸਿਸ ਹੋ ਗਿਆ, ਠੀਕ ਹੈ, ਹਾਰਟ ਬਲੋਕੇਜ ਹੋ ਗਈ। ਇਹ ਕੀ ਨੇ? ਇਹ ਸਾਰੇ ਸਾਰੇ ਫਿਰ ਉਹ ਰੋਗ ਨਿਦਾਨ ਵਾਲੇ ਰੋਗ ਬਣ ਗਏ। ਪਰ ਬਣੇ ਕਿਉਂ? ਕਿਉਂਕਿ ਅਸੀਂ ਤੀਵਰ ਰੋਗ ਦਬਾ ਦਿੱਤੇ ਸੀ। ਠੀਕ ਹੈ, ਜਦੋਂ ਪਹਿਲਾਂ ਨਿਯਮ ਤੋੜਾਂਗੇ ਤਾਂ ਅਗਲਾ ਰਿਜ਼ਲਟ ਨਾਲ ਦੀ ਨਾਲ ਹੀ। ਤਾਂ ਜਦੋਂ ਇਹਨਾਂ ਨੂੰ ਵੀ ਦਬਾਵਾਂਗੇ ਫਿਰ ਮੌਤ ਦੀ ਤਿਆਰੀ ਹੈ, ਕਿਉਂਕਿ ਕੋਈ ਅੰਗ ਕੰਮ ਨਹੀਂ ਕਰੇਗਾ। ਠੀਕ ਹੈ, ਔਰ ਨੈਕਸਟ ਹੈਗਾ 8 ਨੰਬਰ, 7 ਨੰਬਰ ਹੈ, ਜੀਰਨ ਰੋਗ ਤੇ ਰੋਗੀਆਂ ਦੇ ਵਿੱਚ ਸਮਾਂ ਲੱਗ ਸਕਦਾ। ਜੀਰਨ ਰੋਗ ਕਿਹੜਾ ਹੁੰਦਾ? ਲੰਬਾ ਰੋਗ, ਕਰੋਨਿਕਲ, ਭਿਆਨਕ ਰੋਗ। 15 ਸਾਲ ਦੀ ਫਾਈਲ ਲੈ ਕੇ ਆਉਂਦਾ ਪੇਸ਼ੈਂਟ ਸਾਡੇ ਕੋਲ, 20 ਸਾਲ ਦੀ ਫਾਈਲ ਲੈ ਕੇ ਆਉਂਦਾ, 18 ਸਾਲ ਦੀ ਫਾਈਲ ਲੈ ਕੇ ਆਉਂਦਾ, 10 ਸਾਲ ਦੀ ਫਾਈਲ ਲੈ ਕੇ ਆਉਂਦਾ, 8 ਸਾਲ ਦੀ। ਇਹ ਕਿਹੜੇ ਨੇ? ਕਰੋਨਿਕਲ, ਇਹ ਜੀਰਨ ਰੋਗ ਨੇ। ਤਾਂ ਸਾਨੂੰ ਆ ਕੇ ਜੇ ਪੁੱਛੇ ਕਿ ਡਾਕਟਰ ਸਾਹਿਬ ਕਿੰਨੇ ਦਿਨ 'ਚ ਰਿਜ਼ਲਟ ਆ ਜਾਏਗਾ, ਅਸੀਂ ਫਾਈਲ ਬੰਦ ਕਰਕੇ ਉਹਨੂੰ ਦੇ ਦਿੰਦੇ ਹਾਂ ਵੀ ਇਹ ਜਿੰਨਾ ਵੀ ਤੂੰ ਵਿਗਾੜਿਆ ਹੈ ਇਹ ਮੈਂ ਨਹੀਂ ਵਿਗਾੜਿਆ। ਠੀਕ ਹੈ, ਇਹ ਸਾਰੇ ਨੂੰ ਕਵਾੜ ਕਰਕੇ ਲੈ ਆਏ ਆ, ਮੈਨੂੰ ਪਹਿਲਾਂ ਸਮਝਣ ਤਾਂ ਦੇ। ਠੀਕ, ਉੱਤੋਂ ਪਹਿਲੇ ਦਿਨ ਹੀ ਡੇਟ ਅੱਗੇ ਰੱਖਤੀ ਵੀ ਦੱਸ ਦੇ ਵੈਲਿਡਿਟੀ ਕਿੱਦਣ, ਵੀ ਇਹ ਤੇਰੀਆਂ ਗਲਤੀਆਂ, ਹਰਜਾਨਾ ਤੂੰ ਬਈ ਸਾਨੂੰ ਦੇ ਰਿਹਾ ਹੈਗਾ। ਕਿਉਂਕਿ ਜਿਹੜਾ ਡੇਟ ਪੁੱਛ ਰਿਹਾ ਉਹਨੇ ਕੱਲ੍ਹ ਮੁਸੀਬਤ ਖੜੀ ਕਰ ਦੇਣੀ ਹੁੰਦੀ ਹੈ, ਕਿਉਂਕਿ ਉਲਟਾ ਉਹਨੂੰ ਤਾਂ ਮਾਫੀ ਮੰਗਣੀ ਚਾਹੀਦੀ ਹੈ। ਠੀਕ ਹੈ, ਜਿਹਨੇ ਸਰੀਰ ਨੂੰ ਇੱਕ ਕਵਾੜ ਤੱਕ ਲੈ ਗਿਆ। ਨੰਬਰ ਆਫ ਐਕਸਪੈਰੀਮੈਂਟ ਉਹਦੇ 'ਤੇ ਹੋਏ ਹੁੰਦੇ ਨੇ। ਠੀਕ ਹੈ, ਜਦੋਂ ਦੀ ਹਿਸਟਰੀ ਪੁੱਛੀ ਦੀ ਹੈ, ਹਿਸਟਰੀ ਦੱਸਦਾ ਜੀ ਮੈਨੂੰ ਇੱਕ ਵਾਰੀ ਮੇਰੇ ਇੱਥੇ ਦਰਦ ਹੋਈ ਸੀ, ਮੈਂ ਡਾਕਟਰ ਕੋਲ ਗਿਆ ਸੀ, ਫਿਰ ਮੈਂ ਇੰਜੈਕਸ਼ਨ ਲਗਵਾਇਆ ਸੀ। ਉਸ ਤੋਂ ਬਾਅਦ ਫਿਰ ਮੈਨੂੰ ਇੱਕ ਖੂਨ ਦੀ ਉਲਟੀ ਆਈ ਸੀ। ਖੂਨ ਦੀ ਉਲਟੀ ਤੋਂ ਬਾਅਦ ਮੈਂ ਚੈੱਕ ਕਰਵਾਇਆ, ਮੇਰੇ ਅੰਦਰ ਜ਼ਖਮ ਆ ਗਿਆ, ਮੈਨੂੰ ਅਲਸਰ ਕੋਲਾਈਟਸ ਹੋ ਗਿਆ। ਦੈਨ ਉਸ ਤੋਂ ਬਾਅਦ ਮੈਂ ਚੈੱਕ ਕਰਵਾਇਆ, ਲੀਵਰ ਵੀ ਫੈਟੀ ਹੋ ਗਿਆ। ਫਿਰ ਚੈੱਕ ਕਰਵਾਇਆ, ਫਿਰ ਮੇਰੇ ਪੇਟ 'ਚ ਦਰਦ ਰਹਿਣ ਲੱਗ ਪਈ, ਮੈਨੂੰ ਫਿਰ ਪੋਟੀ 'ਚ ਵੀ ਖੂਨ ਆਉਣ ਲੱਗ ਪਿਆ। ਫਿਰ ਮੈਨੂੰ ਪਾਇਲਸ ਦੀ ਸਮੱਸਿਆ ਦੱਸਦੀ, ਫਿਰ ਮੈਨੂੰ ਚੱਲਦਾ ਚੱਲਦਾ ਕੋਲਨ ਕੈਂਸਰ ਬਣ ਗਿਆ। ਹੁਣ ਇੰਨਾ ਲੰਬਾ ਸਫ਼ਰ ਸਰੀਰ ਤੈਅ ਕਰਕੇ ਕਰੋਨਿਕਲ ਕੈਂਸਰ ਤੱਕ ਬਣ। ਸੋ ਜਿਹੜੇ ਜੀਰਨ ਰੋਗ ਨੇ, ਭਿਆਨਕ ਰੋਗ ਨੇ, ਪੁਰਾਣੇ ਰੋਗ ਨੇ, ਸਮਾਂ ਲੱਗੇਗਾ। ਕਿਉਂ? ਸਿਧਾਂਤ ਕੀ ਕਹਿੰਦਾ ਕਿ ਇਕੱਲਾ ਤੁਹਾਡੇ ਦੱਸੇ ਗਏ ਰੋਗ ਦਾ ਹੱਲ ਨਹੀਂ ਕਰਨਾ, ਅਸੀਂ ਪੂਰੇ ਦੇ ਪੂਰੇ ਸਰੀਰ ਦੇ ਉੱਤੇ ਕੰਮ ਕਰਨਾ ਹੁੰਦਾ। ਉਹਦੇ 'ਤੇ ਸਾਡੇ ਕੋਲ ਖਲਾਰਾ ਜ਼ਿਆਦਾ ਖਿਲ ਰਿਹਾ ਮਿਲਦਾ ਸਾਨੂੰ, ਅਤੇ ਸਾਨੂੰ ਅਸੀਂ ਕਈ ਖਿਲਾਰੇ ਸਮੇਟਣੇ ਹੁੰਦੇ ਆ, ਨਾ ਕਿ ਜਿੱਥੇ ਤੁਸੀਂ ਦਰਦ ਹੱਥ ਰੱਖ ਲਓ ਵੀ ਡਾਕਟਰ ਸਾਹਿਬ ਇੱਥੇ ਬਹੁਤ ਦਰਦ, ਇਕੱਲਾ ਉਹ ਨਹੀਂ, ਪੂਰੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣਾ ਪੈਂਦਾ। ਸੋ ਨੈਕਸਟ ਹੈ 8 ਨੰਬਰ, ਬਹੁਤ ਇੰਪੋਰਟੈਂਟ ਹੈ। ਕੁਦਰਤੀ ਇਲਾਜ ਦੇ ਵਿੱਚ ਦੱਬੇ ਰੋਗ ਉੱਠਣਗੇ। ਇੱਥੇ ਮੈਂ ਆ ਰਿਹਾ ਸੀਗਾ ਕਿ ਜਦੋਂ ਤੁਸੀਂ, ਮੈਂ ਸ਼ੁਰੂ 'ਚ ਵੀ ਬੋਲਿਆ ਕਿ ਜਦੋਂ
ਇਲਾਜ ਸ਼ੁਰੂ ਕਰਦੇ ਹੋ ਤਾਂ ਰੋਗ ਵੱਧ ਜਾਂਦੇ ਨੇ ਤੇ ਉਹ ਵਧਣ ਤੋਂ ਬਾਅਦ ਫਿਰ ਹੌਲੀ ਹੌਲੀ ਆਰਾਮ ਆਉਂਦਾ। ਠੀਕ ਆ ਮੈਂ? ਬਿਲਕੁਲ ਬਿਲਕੁਲ ਬਿਲਕੁਲ। ਦੱਬੇ ਰੋਗ ਬਾਹਰ ਆਉਣਗੇ, ਇਹ ਕੋਈ ਡਾਕਟਰ ਭੁੱਲਰ ਨਹੀਂ ਕਹਿ ਰਿਹਾ, ਇਹ ਨੇਚਰ ਹੈਲਥ ਸਾਇੰਸਿਸ ਦੇ ਸਿਧਾਂਤ ਨੇ, ਪ੍ਰਿੰਸੀਪਲ ਨੇ, ਔਰ ਨੇਚਰ ਐਵੇਂ ਹੀ ਕੰਮ ਕਰਦੀ ਹੈ। ਕਿਉਂ? ਨੇਚਰ ਦਾ ਸਿਧਾਂਤ ਕੀ ਹੈ ਕਿ ਜ਼ਹਿਰ ਅੰਦਰ ਨਹੀਂ ਰਹਿਣ ਦੇਣਾ, ਤੇ ਜਿੰਨੀਆਂ ਵੀ ਦਵਾਈਆਂ ਖਾ ਕੇ ਕੰਪਰੈਸ ਕੀਤੇ ਸਾਰੇ ਉੱਠਣਗੇ। ਪੇਸ਼ੈਂਟ ਕਹਿੰਦਾ ਡਾਕਟਰ ਸਾਹਿਬ ਦਵਾਈ ਤਾਂ ਮੈਂ ਲੈ ਕੇ ਗਿਆ ਸੀ, ਮੈਨੂੰ ਭੁੱਖ ਨਹੀਂ ਲੱਗਦੀ ਸੀ, ਮੇਰੇ ਗੋਡੇ ਦਰਦ ਹੋਣ ਲੱਗ ਪਏ। ਠੀਕ ਹੈ, ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਕਿ ਪਹਿਲਾਂ ਬਲੱਡ ਸਰਕੂਲੇਸ਼ਨ ਉਸ ਤਰੀਕੇ ਨਾਲ ਹੋ ਹੀ ਨਹੀਂ ਰਿਹਾ ਸੀ ਕਿ ਉੱਥੋਂ ਤੱਕ ਜੋ ਇਫੈਕਟ ਹੋ ਰਿਹਾ ਹੈ ਉਹ ਤੁਹਾਡੇ ਬ੍ਰੇਨ ਤੱਕ ਆਵੇ, ਜੋ ਉੱਥੇ ਕਮੀ ਆ ਰਹੀ ਉਹ ਬ੍ਰੇਨ ਨੂੰ ਸਿਗਨਲ ਆਵੇ। ਹੁਣ ਸਿਗਨਲ ਆਉਣ ਲੱਗ ਪਿਆ ਵੀ ਉੱਥੇ ਵੀ ਕਮੀ ਹੈ, ਉੱਥੇ ਕੰਮ ਕਰ। ਹੁਣ ਦੱਸ ਆਪਣੇ ਡਾਕਟਰ ਨੂੰ ਵੀ ਇੱਥੇ ਵੀ ਕਮੀ ਹੈਗੀ ਸੀ, ਜਿਹੜਾ ਸਿਗਨਲ ਮੇਰਾ ਨਰਵਸ ਪਾਰਟ ਦੇ ਹੀ ਨਹੀਂ ਰਿਹਾ ਸੀ। ਤੇ ਜਦੋਂ ਮੈਂ ਰੈਮਡੀ ਸ਼ੁਰੂ ਕੀਤੀ ਹੈ, ਨਰਵਸ ਸਿਸਟਮ ਨੇ ਉੱਥੇ ਤੱਕ ਪਹੁੰਚ ਕੀਤੀ ਹੈ, ਐਕਟਿਵ ਹੋ ਗਿਆ, ਉਹਨੇ ਹੁਣ ਬ੍ਰੇਨ ਨੂੰ ਦੱਸਿਆ ਭਾਈ ਸਾਹਿਬ ਉੱਥੇ ਵੀ ਖਾਣਾ ਪਾਣੀ ਮੁੱਕਿਆ ਪਿਆ, ਕਾਲ ਪਿਆ ਪਿਆ, ਉੱਥੇ ਤਾਂ ਗਰੀਸ ਮੁੱਕਿਆ ਪਿਆ, ਪਾਣੀ ਹੈ ਨਹੀਂ ਗੋਡਿਆਂ ਦੇ ਵਿੱਚ, ਦਰਦ ਤੇਰੇ ਤਾਂ ਹੋਈ ਹੈ, ਫਿਰ ਆ ਕੇ ਉਹਦਾ ਇਲਾਜ ਕਰਾ। ਸਾਡੇ ਕੋਲ ਪੇਸ਼ੈਂਟ ਆ, ਉਹ ਕਹਿੰਦੇ ਜੀ ਡਾਕਟਰ ਸਾਹਿਬ ਦਵਾਈ ਤਾਂ ਮੈਂ ਸ਼ੂਗਰ ਦੀ ਲਈ ਸੀ, ਮੇਰੇ ਪੱਥਰੀ ਆ ਗਈ। ਸਮਝਾਉਣਾ ਪੈਂਦਾ ਵੀ ਪੱਥਰੀ ਆਈ ਨਹੀਂ, ਪੱਥਰੀ ਤਾਂ ਅੰਦਰ ਬਣ ਰਹੀ ਸੀ। ਹਾਂ, ਜਿਹੜੀ ਦਰਦ ਤੈਨੂੰ 6 ਮਹੀਨਿਆਂ ਨੂੰ ਹੋਣੀ ਸੀ ਇਹਨੇ 2 ਮਹੀਨੇ 'ਚ ਲਾਤੀ, ਕਿਉਂਕਿ ਨਰਵਸ ਸਿਸਟਮ ਐਕਟਿਵ ਹੋ ਗਿਆ, ਦੱਬੇ ਇਹ ਰੋਗ ਅੰਦਰ ਬਣ ਰਿਹਾ ਸੀ, ਇਹ ਜਲਦੀ ਪਤਾ ਲੱਗ ਗਿਆ। ਠੀਕ ਹੈ, ਪਲੱਸ ਜਿਹੜੇ ਰੋਗ ਅਸੀਂ ਦਬਾਏ ਹੋਏ ਨੇ, ਪੇਸ਼ੈਂਟ ਸ਼ੁਰੂ ਕਰਦਾ ਹੈ, ਕਹਿੰਦਾ ਜੀ ਮੈਂ ਅਸਥਮਾ ਦਾ ਪੇਸ਼ੈਂਟ ਹੈ ਔਰ ਮੈਂ ਇਨਹੇਲਰ ਲੈ ਰਿਹਾ, ਨਾਲ ਮੈਂ ਕਦੇ ਟੈਬਲੇਟ ਵੀ ਲੈ ਰਿਹਾ। ਉਹ ਜਦੋਂ ਹੀ ਆਪਣਾ ਟ੍ਰੀਟਮੈਂਟ ਸ਼ੁਰੂ ਕਰਦਾ ਉਹਦੀ ਬਲਗਮ ਵੱਧਦੀ ਹੈ। ਇਹ ਕੀ ਹੈ? ਉਸ ਬਲਗਮ ਨੂੰ ਸਟੀਰੋਇਡ ਨਾਲ ਪਹਿਲਾਂ ਦਬਾ ਰਿਹਾ ਸੀ, ਉਹ ਜਦੋਂ ਨੇਚਰ ਨੇ ਆਪਣਾ ਟ੍ਰੀਟਮੈਂਟ ਦਿੱਤਾ ਹੈ ਤਾਂ ਉਹਨੇ ਉਹਨੂੰ ਬਾਹਰ ਕੱਢਣਾ, ਕਿਉਂਕਿ ਨੇਚਰ ਦਾ ਤਾਂ ਕੰਮ ਹੀ ਹੈ ਗੰਦਗੀ ਬਾਹਰ ਕੱਢਣਾ। ਉਹ ਦਵਾਈਆਂ ਨਾਲ ਦਬਾ ਰਿਹਾ ਸੀ, ਨੇਚਰ ਬਾਹਰ ਕੱਢ ਰਹੀ। ਠੀਕ ਹੈ, ਸੋ ਇਸ ਕਰਕੇ ਕੁਦਰਤੀ ਇਲਾਜ ਦੇ ਵਿੱਚ ਦੱਬੇ ਰੋਗ ਬਾਹਰ ਆਉਣਗੇ। ਇਸ ਸਿਧਾਂਤ ਨੂੰ ਸਮਝ ਕੇ ਹੀ ਰੈਮਡੀਜ਼ ਨੂੰ ਸ਼ੁਰੂ ਕਰੋ, ਘਬਰਾਉਣਾ ਨਹੀਂ ਚਾਹੀਦਾ। ਘਬਰਾਉਣਾ ਨਹੀਂ ਚਾਹੀਦਾ। ਠੀਕ ਹੈ, 9 ਨੰਬਰ, ਕੁਦਰਤੀ ਇਲਾਜ ਵਿੱਚ ਉਤੇਜਿਤ ਦਵਾਈਆਂ ਦੇ ਦੇਣ ਦੀ ਕੋਈ ਜਗ੍ਹਾ ਨਹੀਂ ਹੁੰਦੀ। ਉਤੇਜਿਤ ਦਵਾਈਆਂ ਮਤਲਬ ਪੇਨ ਕਿਲਰ ਲੈਣੀ ਪੈ ਗਈ, ਠੀਕ ਹੈ, ਕੋਈ ਸਵੈਲਿੰਗ ਹੋ ਗਈ ਉਹਦੀ ਲੈਣੀ ਪੈ ਗਈ, ਨੀਂਦ ਨਾ ਆਉਣ, ਜਿੱਥੇ ਸਾਨੂੰ ਇੱਕਦਮ ਬਹੁਤ ਜਲਦੀ ਰਿਜ਼ਲਟ ਚਾਹੀਦਾ, ਉਹ ਵਾਲੀਆਂ ਦਵਾਈਆਂ ਦੀ ਕੋਈ ਜਗ੍ਹਾ ਨਹੀਂ ਹੁੰਦੀ। ਹਾਂ, ਇਹਦੇ 'ਚ ਵੀ 2 ਤਰ੍ਹਾਂ ਦੀ ਆਪਸ਼ਨਸ ਨੇ। ਪਹਿਲੀ ਇਹ, ਉਹ ਰੋਗੀ ਜਿਹੜੇ ਆਲਰੇਡੀ ਐਲੋਪੈਥੀ ਲੈ ਰਹੇ ਨੇ ਬਹੁਤ ਸਮੇਂ ਤੋਂ, ਤਾਂ ਅਸੀਂ ਉਹਨਾਂ ਦੀ ਉਹ ਟ੍ਰੀਟਮੈਂਟ ਇੱਕਦਮ ਬੰਦ ਨਹੀਂ ਕਰਵਾਉਂਦੇ। ਰੀਜ਼ਨ ਹੁੰਦਾ ਕਿ ਉਹਦਾ ਇਫੈਕਟ ਬੋਡੀ ਉਹਦੀ ਹੈਪਚੁਅਲ ਹੋ ਚੁੱਕੀ ਹੁੰਦੀ ਹੈ। ਹਾਂ, ਜਿਹਦਾ ਅਜੇ ਰੋਗ ਆਇਆ ਹੀ ਆ, ਬਣਿਆ ਹੀ ਆ, ਤਾਂ ਉਸ ਰੋਗ ਉਹਨੇ ਕੋਈ ਐਲੋਪੈਥੀ ਯੂਜ਼ ਨਹੀਂ ਕੀਤੀ ਹੋਈ, ਫਿਰ ਅਸੀਂ ਉਹਨੂੰ ਕਹਿੰਦੇ ਭਾਈ ਸਾਹਿਬ ਇਹਦੇ ਤੈਨੂੰ ਉਸ ਚੀਜ਼ ਨੂੰ ਲੈਣ ਦੀ ਜ਼ਰੂਰਤ ਨਹੀਂ ਹੈ। ਬਟ ਜੇ ਲੈ ਰਿਹਾ ਤਾਂ ਇੱਕਦਮ ਬੰਦ ਨਹੀਂ ਕਰਨੀ, ਬਾਡੀ ਨੂੰ ਟਾਈਮ ਦੇ, ਹੌਲੀ ਹੌਲੀ ਬਾਡੀ ਉਸ 'ਚੋਂ ਬਾਹਰ ਆਏਗੀ। ਜਿਵੇਂ ਦਾ ਇਮਿਊਨਿਟੀ ਅਤੇ ਨਰਵਸ ਸਿਸਟਮ ਅਪ ਹੋਏਗਾ, ਉਵੇਂ ਬਾਡੀ ਉਹਦੇ 'ਚੋਂ ਬਾਹਰ ਆਉਣਾ ਸ਼ੁਰੂ ਹੋ ਜਾਏਗੀ। ਠੀਕ ਹੈ, ਔਰ ਲਾਸਟ ਦੇ ਵਿੱਚ ਬੜੀ ਇੰਪੋਰਟੈਂਟ ਹੈ ਕਿ ਇਲਾਜ ਮਨ, ਸਰੀਰ ਅਤੇ ਆਤਮਾ ਤਿੰਨਾਂ ਦਾ ਕਰਨਾ ਪੈਂਦਾ। ਜਿਹੜੀ ਤੰਦਰੁਸਤੀ ਦੀ ਦੌੜ 'ਚ ਆ ਨਾ, ਆਪਾਂ ਤੰਦਰੁਸਤੀ ਮਿਲ ਕਿਉਂ ਨਹੀਂ ਰਹੇ? ਅਸੀਂ ਸਰੀਰ ਦਾ ਹੀ ਇਲਾਜ ਕਰਨਾ ਚਾਹ ਰਹੇ ਹਾਂ, ਮਨ ਅਤੇ ਆਤਮਾ ਦੀ ਕੋਈ ਗਿਣਤੀ ਨਹੀਂ ਆ ਰਹੀ। ਬਟ ਸੱਚਾਈ ਹੈਗੀ ਕਿ ਸਰੀਰ ਉਦੋਂ ਬਦਲੇਗਾ ਜਦੋਂ ਮਨ ਅਤੇ ਆਤਮਾ ਦੀ ਖੁਰਾਕ ਬਦਲ ਗਈ। ਠੀਕ ਹੈ, ਅਤੇ ਮਨ ਅਤੇ ਆਤਮਾ ਦੀ ਖੁਰਾਕ ਕਿਸੇ ਗੋਲੀ, ਕਿਸੇ ਕੈਪਸੂਲ ਦੇ ਰੂਪ 'ਚ, ਕਿਸੇ ਦਵਾਈਆਂ ਦੇ ਰੂਪ 'ਚ ਨਹੀਂ ਹੁੰਦੀ। ਇਹਦੀ ਹੁੰਦੀ ਹੈ ਸੰਗਤ ਦੇ ਰੂਪ 'ਚ, ਇਹਦੀ ਹੁੰਦੀ ਹੈ ਵਿਚਾਰਾਂ ਦੇ ਰੂਪ 'ਚ, ਇਹਦੀ ਹੁੰਦੀ ਹੈ ਸ਼ਬਦਾਂ ਦੇ ਰੂਪ ਦੇ ਵਿੱਚ, ਹੁੰਦੀ ਹੈ ਪਲੇਸੀਬੋ ਸਿਸਟਮ ਨੂੰ ਐਕਟਿਵ ਕਰਨ ਦੇ ਰੂਪ। ਹਾਂ, ਪਲੇਸੀਬੋ ਸਿਸਟਮ ਨੂੰ ਐਕਟਿਵ ਕਰਨ ਦੇ ਰੂਪ ਦੇ ਵਿੱਚ। ਜਦੋਂ ਅਸੀਂ OPD ਸ਼ੁਰੂ ਕਰਦੇ ਹਾਂ, ਠੀਕ ਹੈ, ਤਾਂ OPD ਤੋਂ ਪਹਿਲਾਂ ਅਸੀਂ ਅਰਦਾਸ ਕਰਦੇ ਹਾਂ, ਪੇਸ਼ੈਂਟ ਦੇ ਨਾਲ ਖੜੇ ਹੋ ਕੇ ਅਰਦਾਸ ਕਰਦੇ ਹਾਂ। ਸਾਰਾ ਸਟਾਫ ਇਕੱਠਾ ਹੁੰਦਾ ਹੈ, ਪੂਰੇ ਜਿੰਨੇ ਪੇਸ਼ੈਂਟ ਆਏ ਹੁੰਦੇ ਉਹ ਇਕੱਠੇ ਹੁੰਦੇ ਨੇ, ਫਿਰ ਅਸੀਂ ਅਰਦਾਸ ਕਰਦੇ ਹਾਂ। ਉਸ ਅਰਦਾਸ 'ਚ ਬੋਲਿਆ ਜਾਂਦਾ ਹੈ ਕਿ ਅਸੀਂ ਸਾਰੇ ਤੇਰੇ ਬੱਚੇ ਤੇਰੀ ਇਸ ਕੁਦਰਤ ਨੂੰ ਵਿਗਾੜਨ ਦੇ ਕਸੂਰਵਾਰ ਹਾਂ। ਠੀਕ ਹੈ, ਹੇ ਸੱਚੇ ਪਾਤਸ਼ਾਹ, ਸਾਨੂੰ ਇੰਨੀ ਸੂਝ ਦੇ, ਇੰਨੀ ਸਮਝ ਦੇ ਕਿ ਅਸੀਂ ਤੇਰੀ ਕੁਦਰਤ ਨੂੰ ਸਵਾਰ ਸਕੀਏ। ਠੀਕ ਆ, ਔਰ ਸਵਾਰ ਕੇ ਸਾਨੂੰ ਤਾਕਤ ਦੇ ਕਿ ਅਸੀਂ ਗਵਾਚੀ ਹੋਈ ਆਪਣੀ ਸਿਹਤ ਵਾਪਸ ਲਿਆ ਸਕੀਏ। ਇਹ ਮਾਫੀਨਾਮਾ ਬੋਲਿਆ ਜਾਂਦਾ, ਸਾਰੇ ਇਕੱਠੇ ਬੋਲਦੇ ਨੇ। ਠੀਕ ਹੈ, ਫਿਰ ਸ਼ੁਰੂਆਤ ਕੀਤੀ ਜਾਂਦੀ ਕਿ ਅੱਜ ਤੋਂ ਅਸੀਂ ਤੰਦਰੁਸਤੀ ਦੀ ਸ਼ੁਰੂਆਤ ਕਰਦੇ ਹਾਂ, ਕੱਲ੍ਹ ਤੋਂ ਮੈਂ ਤੰਦਰੁਸਤੀ ਸ਼ੁਰੂਆਤ ਕਰ ਰਿਹਾ। ਕਾਰਨ ਇਹ ਹੈ ਕਿ ਹੁਣ ਇਹ ਕੀ ਹੈ, ਉਹਦੇ 'ਚ ਅਸੀਂ ਕੋਈ ਦਵਾਈ ਦਿੱਤੀ ਨਹੀਂ, ਉੱਥੇ ਮਨ ਅਤੇ ਆਤਮਾ ਨੂੰ ਜਗਾਇਆ ਗਿਆ ਵੀ ਤੇਰੀਆਂ ਇਹ ਗਲਤੀਆਂ ਸੀ, ਇਹਨਾਂ ਨੂੰ ਪਹਿਲਾਂ ਮਨ 'ਤੇ ਲੈ ਵੀ ਮੈਂ ਗਵਾਇਆ। ਆਪਾਂ ਸਾਰਿਆਂ ਨੇ ਯੋਗਦਾਨ ਪਾਇਆ, ਅੱਜ ਵੀ ਪਾ ਰਹੇ ਹਾਂ, ਕੁਦਰਤ ਨੂੰ ਵਿਗਾੜਨ ਅਤੇ ਤੋੜਨ 'ਚ ਪਾ ਰਹੇ ਹਾਂ। ਕਾਰਨ ਅਲੱਗ-ਅਲੱਗ ਨੇ, ਵਜ੍ਹਾ ਅਲੱਗ-ਅਲੱਗ ਹੈ, ਐਕਸਕਿਊਜ਼ ਅਲੱਗ-ਅਲੱਗ ਹੈ। ਠੀਕ ਹੈ, ਉਹਦੇ ਪਿੱਛੇ ਲੇਕਿਨ ਤੋੜ ਰਹੇ ਹਾਂ ਅਸੀਂ। ਠੀਕ ਹੈ, ਅਤੇ ਪਹਿਲਾਂ ਮੰਨ ਤਾਂ ਲਈਏ ਨਾ, ਤਾਂ ਹੀ ਸਰੀਰ ਨੂੰ ਸ਼ਰਾਫ ਲੱਗਾ ਲਗਾ ਲਓ, ਰੋਗ ਲੱਗਾ ਲਗਾ ਲਓ, ਇਹਨੂੰ ਸਜ਼ਾ ਲੱਗੀ ਲਗਾ ਲਓ। ਤਾਂ ਪਹਿਲਾਂ ਅਸੀਂ ਗਲਤੀ ਪਿਛਲੀ ਮੰਨ ਲਈਏ,
ਪਿਛਲੀ ਮੰਨਣ ਲਈ ਤਿਆਰ ਨਹੀਂ, ਅੱਗੇ ਅਸੀਂ ਵੈਲਿਡਿਟੀ ਮੰਗ ਰਹੇ ਹੁੰਦੇ ਵੀ ਕਿੰਨੇ ਦਿਨਾਂ 'ਚ ਰਿਜ਼ਲਟ ਆਏ। ਤਾਂ ਉਹ ਇੱਥੇ ਮਨ, ਸਰੀਰ ਤੇ ਆਤਮਾ, ਅਸੀਂ ਤਿੰਨਾਂ ਦੇ ਕੰਬੀਨੇਸ਼ਨ ਦੇ ਨਾਲ ਹੀ ਤੰਦਰੁਸਤੀ ਵੱਲ ਪੇਸ਼ੈਂਟ ਨੂੰ ਲੈ ਕੇ ਆਉਂਦੇ ਹਾਂ, ਨਾ ਕਿ ਇਕੱਲੀਆਂ ਸਾਡਾ ਮੈਡੀਸਨ ਨੂੰ ਦੇਣਾ, ਰੈਮਡੀਜ਼ ਨੂੰ ਦੇਣਾ, ਇਹ ਸਾਡਾ ਸੈਕੰਡਰੀ ਆ। ਫਸਟ ਸਾਡਾ ਕੰਮ ਇਨਫੋਰਮੇਸ਼ਨ ਤੇ ਐਜੂਕੇਸ਼ਨ ਦਾ ਹੀ ਆ। ਕਿਉਂ? ਮਨ ਤੇ ਆਤਮਾ ਸਟਰੋਂਗ ਹੋਵੇ। ਜਿਹਦੀ ਮਨ ਤੇ ਆਤਮਾ ਸਟਰੋਂਗ ਹੋ ਗਈ, ਪਲੈਸੀਬੋ ਇਫੈਕਟ ਉਹਦੇ ਤੇ ਜ਼ਿਆਦਾ ਵਰਕ ਕਰੇਗਾ, ਤੇ ਉਹਨੂੰ ਚਾਹੇ ਅੱਧੀ ਰੈਮਡੀਜ਼ ਵੀ ਅਸੀਂ ਦੇਤੇ ਉਹਨੇ ਠੀਕ ਹੋ ਕੇ ਆ ਜਾਣਾ ਸਾਡੇ ਕੋਲ। ਤੇ ਜਿਹਦਾ ਮਨ ਆਤਮਾ ਹੀ ਨਹੀਂ ਸਟਰੋਂਗ ਹੋਇਆ, ਠੀਕ ਹੈ। ਹੁਣ ਕੁਛ ਲੋਕ ਇਸ ਤਰ੍ਹਾਂ ਦੇ ਵੀ ਸਾਨੂੰ ਮਿਲਦੇ ਨੇ, ਉਹ ਜਿਹੜੇ ਕਿ ਉਹਨਾਂ ਨੂੰ ਰੱਬ ਦੀ ਗੱਲ ਕਰਨੀ ਵੀ ਪਸੰਦ ਨਹੀਂ ਹੁੰਦੀ, ਠੀਕ ਹੈ, ਕਿਉਂਕਿ ਹਾਂ ਨਾਸਤਿਕ ਹੁੰਦੇ ਨੇ। ਔਰ ਆਸਤਿਕ ਔਰ ਨਾਸਤਿਕ ਦੇ ਵਿੱਚ ਇਫੈਕਟ, ਸਭ ਤੋਂ ਵੱਡਾ ਇਫੈਕਟ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਵੱਡਾ ਇਫੈਕਟ ਤਾਂ ਇਹ ਹੁੰਦਾ, ਅਕੋਰਡਿੰਗ ਟੂ ਰਿਸਰਚ, ਕਿ ਨਾਸਤਿਕ ਨਾਲੋਂ ਆਸਤਿਕ ਦੀ ਉਮਰ 20% ਜ਼ਿਆਦਾ ਹੁੰਦੀ ਹੈ, ਠੀਕ ਹੈ। ਔਰ ਇੱਕ ਦੂਸਰਾ ਇਫੈਕਟ, ਨਾਸਤਿਕ ਨਾਲੋਂ ਆਸਤਿਕ ਦੇ ਕੋਲ ਜ਼ਿੰਦਗੀ ਨੂੰ ਜਿਉਣ ਦੀ ਵਜ੍ਹਾ ਜ਼ਿਆਦਾ ਹੁੰਦੀਆਂ ਨੇ, ਠੀਕ ਹੈ। ਨਾਸਤਿਕ ਬੰਦਾ ਜਦੋਂ ਟੁੱਟਦਾ ਹੈ ਸੁਸਾਈਡ ਕਰਦਾ ਹੈ, ਆਸਤਿਕ ਬੰਦਾ ਜਦੋਂ ਟੁੱਟਦਾ ਹੈ ਬਾਉਂਸ ਬੈਕ ਕਰਦਾ ਹੈ। ਕਿਉਂ? ਉਹ ਜਿੱਥੇ ਵੀ ਜਾਂਦਾ ਹੈ, ਜਿਹੜੇ ਵੀ ਰੱਬ ਪੀਰ ਪੈਗੰਬਰ ਨੂੰ ਮੰਨਦਾ ਹੈ, ਉਹਦੇ ਕੋਲ ਆਪਸ਼ਨ ਹੁੰਦੀ ਆ, ਉੱਥੇ ਜਾਂਦਾ ਹੈ। ਇੱਕ ਛੋਟੀ ਐਗਜ਼ਾਮਪਲ ਦਿੰਦਾ, ਆਪਣਾ ਦੇਸ਼ ਬਹੁਤ ਬੜੀ ਆਬਾਦੀ ਦਾ ਦੇਸ਼ ਹੈ, ਠੀਕ ਹੈ। ਗਰੀਬ ਵੀ ਹੈ, ਗਰੀਬੀ ਰੇਖਾ ਤੋਂ ਥੱਲੇ ਵਾਲੇ ਵੀ ਹੈ, ਅਮੀਰ ਵੀ ਹੈ। ਉਦਾਹਰਨ ਦੇ ਤੌਰ 'ਤੇ ਕਿਸੇ ਦਾ ਇੱਕੋ ਬੱਚਾ, ਉਹਦੀ ਡੈਥ ਹੋ ਗਈ 18 ਸਾਲ ਦੀ ਉਮਰ, ਇੱਕੋ ਬੱਚਾ ਡੈਥ ਹੋ ਗਈ, 18 ਸਾਲ ਦੀ ਉਮਰ ਸੀ ਬੱਚੇ ਦੀ, ਉਹ ਟੁੱਟੇਗਾ ਬੰਦਾ, ਪੂਰੀ ਤਰ੍ਹਾਂ ਟੁੱਟੇਗਾ, ਐਜ਼ ਏ ਪੇਰੈਂਟਸ ਟੁੱਟੇਗਾ, ਹੈ ਨਾ। ਤਾਂ ਉਹਦੀ ਉਹੀ ਆਕਾਸ਼ ਦੀ ਕਿਰਨ। ਇੱਕ ਬੰਦਾ ਉਹ ਸੀ ਜਿਹੜਾ ਨਾਸਤਿਕ ਸੀ, ਇੱਕ ਬੰਦਾ ਉਹ ਸੀ ਜਿਹੜਾ ਆਸਤਿਕ ਸੀ। ਦੋਨਾਂ ਕੋਲ ਆਪਸ਼ਨ ਕੀ? ਕੋਈ ਨਾਸਤਿਕ ਤਾਂ ਕਿਸੇ ਨੂੰ ਮੰਨਦਾ ਨਹੀਂ, ਠੀਕ ਹੈ। ਹੁਣ ਨਾਸਤਿਕ ਕੋਲ ਆਪਸ਼ਨ ਹੈਗੀ, ਜਾਂ ਤਾਂ ਉਹ ਆਪ ਇਕੱਲਾ ਰੋਏਗਾ, ਜੇ ਨਹੀਂ ਰੋ ਪਾਏਗਾ ਤਾਂ ਸੁਸਾਈਡ ਕਰੇਗਾ, ਛਾਲ ਮਾਰ ਦੇਗਾ, ਨਹਿਰ 'ਚ ਮਾਰ ਦੇਗਾ, ਜ਼ਹਿਰ ਖਾ ਲੇਗਾ ਵੀ ਮੇਰੇ ਤੋਂ ਕੁਛ ਬਚਿਆ ਨਹੀਂ ਹੈਗਾ। ਆਸਤਿਕ ਕੋਲ ਕੀ ਆਪਸ਼ਨ ਹੈ? ਉਹ ਆਪਣੇ ਪੀਰ ਪੈਗੰਬਰ, ਗੁਰਦੁਆਰਾ, ਮੰਦਿਰ, ਮਸਜਿਦ ਜਾਏਗਾ, ਮੱਥਾ ਟੇਕੇਗਾ, ਰੱਜ ਕੇ ਰੋਏਗਾ। ਜੋ ਰੱਜ ਕੇ ਰੋਏਗਾ, ਫਿਰ ਉੱਥੋਂ ਕੋਈ ਪੁਜਾਰੀ, ਕੋਈ ਪਾਦਰੀ, ਕੋਈ ਗ੍ਰੰਥੀ ਸਿੰਘ, ਕੋਈ ਪੰਡਤ, ਕੋਈ ਗੁਰੂ ਦੀ ਗੱਲ, ਕੋਈ ਰੱਬ ਦੀ ਗੱਲ, ਕੋਈ ਰਾਮ ਦੀ ਗੱਲ, ਅੱਲਾ ਦੀ ਗੱਲ ਜੋ ਸੁਣਾਏਗਾ, ਉਹ ਸੁਣੇਗਾ, ਉਹਨੂੰ ਸਾਰੀਆਂ ਗੱਲਾਂ 'ਚ ਇੱਕ ਇਸ ਤਰ੍ਹਾਂ ਦਾ ਸ਼ਬਦ ਮਿਲ ਜਾਣਾ, ਜਦੋਂ ਇੱਕ ਨਵੀਂ ਇੱਕ ਬਾਉਂਸ ਬੈਕ ਕਰਨ ਦੀ ਉਹਨੂੰ ਹਿੰਮਤ ਮਿਲ ਜਾਂਦੀ ਆ। ਉਹ ਫਿਰ ਸਟਾਰਟ ਕਰਦਾ ਇਹ ਸੋਚ ਕੇ, ਸਾਡੇ ਯਾਰ ਜਿਨ੍ਹਾਂ ਨੂੰ ਮਿਲਿਆ ਹੀ ਨਹੀਂ, ਜਿਨ੍ਹਾਂ ਦਾ ਇੱਕ ਵੀ ਨਹੀਂ ਹੁੰਦਾ, ਉਹ ਵੀ ਤਾਂ ਜ਼ਿੰਦਗੀ ਕੱਢਦੇ ਹੈਗੇ, ਮੈਨੂੰ ਤਾਂ ਰੱਬ ਨੇ ਫਿਰ ਵੀ 18 ਸਾਲ ਉਹਦੇ ਨਾਲ ਖੇਡਣ ਨੂੰ ਦੇ ਦਿੱਤੇ ਸੀ। ਤਾਂ ਇਹ ਇੱਕ ਆਸ ਦੀ ਕਿਰਨ ਉਹਦੇ ਅੰਦਰ ਬਹੁਤ ਹੁੰਦੀ ਹੈ, ਇਸੇ ਕਰਕੇ ਉਹਦੀ ਲਾਈਫ ਨਾਸਤਿਕ ਨਾਲੋਂ 20% ਜ਼ਿਆਦਾ ਹੁੰਦੀ ਹੈ, ਠੀਕ ਹੈ। ਤਾਂ ਹੀ ਇਹ ਚੀਜ਼ ਕਹੀ ਜਾਂਦੀ ਹੈ ਕਿ ਆਪਣੇ ਆਪ ਨੂੰ ਕੋਸ਼ਿਸ਼ ਕਰੋ, ਆਪਣੇ ਆਪ ਨਾਲ ਜੋੜੋ। ਜੇ ਆਪਣੇ ਆਪ ਨਾਲ ਜੋੜਨ ਦੀ ਤਾਕਤ ਨਹੀਂ ਹੈ ਤਾਂ ਕਿਸੇ ਨਾਲ ਜੋੜ ਲਓ, ਤਾਂ ਜੋ ਤੁਹਾਡੇ ਕੋਲ ਇੱਕ ਆਸ ਦੀ ਕਿਰਨ ਤਾਂ ਹੋਵੇ, ਉਮੀਦ ਤਾਂ ਹੋਵੇ ਕਿ ਇੱਥੋਂ ਮੈਨੂੰ ਫਿਰ ਕੁਝ ਮਿਲ ਸਕਦਾ ਹੈਗਾ। ਸੋ ਇਹ ਇੱਕ ਤੰਦਰੁਸਤੀ ਨੂੰ ਪਾਉਣ ਵਾਸਤੇ ਸਾਨੂੰ ਮਨ, ਸਰੀਰ ਤੇ ਆਤਮਾ ਤਿੰਨਾਂ 'ਤੇ ਕੰਮ ਕਰਨਾ ਪਏਗਾ। ਇਹ 10 ਸਿਧਾਂਤ ਨੂੰ ਅਸੀਂ ਫੋਲੋ ਕਰਦੇ ਹਾਂ। 10 ਸਿਧਾਂਤਾਂ ਦੇ ਮੁਤਾਬਕ ਹੀ ਅਸੀਂ ਪੇਸ਼ੈਂਟ ਨੂੰ ਡਾਇਗਨੋਸ ਕਰਦੇ ਹਾਂ। 10 ਸਿਧਾਂਤਾਂ ਦੇ ਨਾਲ ਜੋੜ ਕੇ ਹੀ ਅਸੀਂ ਪੇਸ਼ੈਂਟ ਦਾ ਸਰੀਰ ਤੇ ਉਹਦਾ ਘਰ ਤੇ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਕਿ ਰੋਗ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਔਰ ਇਹਦਾ ਅਸਰ ਵੀ ਸਾਰੇ ਪਰਿਵਾਰਾਂ ਨੂੰ ਨਜ਼ਰ ਆ ਰਿਹਾ ਹੈਗਾ। ਇਹ ਸਿਧਾਂਤ ਜਿਹੜੇ ਦੇਖ ਰਹੇ ਨੇ ਪਬਲਿਕ ਫੋਲੋ ਕਰਨਗੇ ਤੇ ਉਹਨਾਂ ਨੂੰ ਰਿਜ਼ਲਟ ਵੱਧ ਮਿਲਣਗੇ, 100% ਰਿਜ਼ਲਟ ਤੱਕ ਪਹੁੰਚਣਗੇ। ਔਰ ਦੂਸਰੀ ਚੀਜ਼ ਇਹ ਹੈਗੀ ਆ, ਇਹ ਤਾਂ ਸਿਰਫ ਮੈਂ 10 ਸਿਧਾਂਤ ਦੱਸੇ ਨੇ। ਜਦੋਂ ਸਾਡੀ ਵੈਲਨੈਸ ਸਾਇੰਸ ਕਲਾਸ ਨੂੰ ਅਟੈਂਡ ਕਰਦੇ ਨੇ ਪੇਸ਼ੈਂਟ, ਜਿਹੜੇ ਸਾਡੇ ਕੋਰਸਸ ਨੂੰ ਜੁਆਇਨ ਕਰਦੇ, ਕਲਾਸ ਨੂੰ ਜੁਆਇਨ ਕਰਦੇ ਆ, ਉਹਦਾ ਹੀ ਇੱਕ ਸਿਲੇਬਸ ਸੀ ਜਿਹੜਾ ਮੈਂ ਸਾਰਿਆਂ ਦੇ ਸਾਹਮਣੇ ਰੱਖਿਆ ਹੈਗਾ, ਠੀਕ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਿਲੇਬਸ ਨੇ ਜਿਹੜੇ ਸਿੰਪਲ ਭਾਸ਼ਾ ਦੇ ਵਿੱਚ ਸਭ ਤੱਕ ਪਹੁੰਚਾ ਰਹੇ ਹੈਗੇ ਆ। ਔਰ ਜਿੰਨਾ ਟਾਈਮ ਅਸੀਂ ਗਿਆਨ ਦੇ ਨਾਲ ਨਹੀਂ ਜੁੜਾਂਗੇ, ਤੰਦਰੁਸਤੀ ਸਾਡੇ ਦਰਵਾਜ਼ੇ 'ਤੇ ਨਹੀਂ ਆਏਗੀ। ਔਰ ਇਹ ਚੀਜ਼ ਅਸੀਂ ਹਰ ਪੇਸ਼ੈਂਟ ਨੂੰ ਵੀ ਬੋਲਦੇ ਹਾਂ ਕਿ ਜਿਸ ਦਿਨ ਵੀ ਤੁਹਾਡੇ ਘਰ ਦੇ ਵਿੱਚ ਤੰਦਰੁਸਤੀ ਆਏਗੀ, ਉਹ ਤੁਹਾਡੇ ਕੀਤੇ ਗਏ ਉਦਮ ਨਾਲ ਆਏਗੀ, ਨਾ ਕਿ ਸਰਕਾਰਾਂ ਦੇ, ਨਾ ਹੀ ਕਿਸੇ ਡਾਕਟਰ ਦੇ ਕੀਤੇ ਉਦਮ ਨਾਲ ਆਏਗੀ। ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਪਿਆਰ ਔਰ ਆਸ਼ੀਰਵਾਦ ਦੇਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਵੈਲਨੈਸ ਕਲਾਸ ਦੇ ਵਿੱਚ ਜੋ ਕੁਝ ਸਿਖਾਇਆ ਜਾਂਦਾ ਅੱਜ ਇਹ ਸਾਡੇ ਸਾਹਮਣੇ ਰੱਖਿਆ ਹੈਗਾ। ਕਿਸ ਤਰੀਕੇ ਦੇ ਨਾਲ ਸਾਇੰਸ ਕਲਾਸਾਂ ਦੇ ਵਿੱਚ ਜਦੋਂ ਇਹ ਸਿਖਾਉਂਦੇ ਨੇ ਇਹ ਚੀਜ਼ਾਂ, ਤੇ ਅੱਗੋਂ ਫਿਰ ਜਿਹੜੇ ਵੈਲ ਵਰਕਰ ਹੁੰਦੇ ਨੇ ਉਹ ਕਿਸ ਤਰ੍ਹਾਂ ਅੱਗੇ ਜਾ ਕੇ ਲੋਕਾਂ ਦੀ ਕਾਉਂਸਲਿੰਗ ਕਰਦੇ ਨੇ, ਮਰੀਜ਼ਾਂ ਦੀ ਕਾਉਂਸਲਿੰਗ ਕਰਦੇ ਨੇ, ਤੇ ਉਹਨਾਂ ਨੂੰ ਜਦੋਂ ਜਿਹਨੂੰ ਕਹਿ ਦਿੰਦੇ ਸਵਾਹ ਦੀ ਪੁੜੀ ਵੀ ਦੇ ਦਿੱਤੀ ਜਾਵੇ ਤੇ ਉਹਦੇ ਨਾਲ ਵੀ ਠੀਕ ਹੋ ਜਾਂਦਾ। ਉਹਨਾਂ ਨੂੰ ਜਦੋਂ ਦਵਾਈ ਦਿੱਤੀ ਜਾਂਦੀ ਹੈ ਤੇ ਫਿਰ ਉਹ ਰਿਜ਼ਲਟ ਜਿਹੜੇ ਨੇ ਉਹ ਕਿੱਦਾਂ ਦੇ ਨਿਕਲ ਕੇ ਸਾਹਮਣੇ ਆਉਂਦੇ ਨੇ, ਜਿਹੜੇ ਦੇਖ ਰਹੇ ਨੇ ਉਹਨਾਂ
ਨੂੰ ਬਿਹਤਰ ਇਸ ਚੀਜ਼ ਦੀ ਜਾਣਕਾਰੀ ਹੈ, ਜਿਹੜੇ ਇੱਥੋਂ ਦਵਾਈ ਲੈ ਚੁੱਕੇ ਨੇ ਜਾਂ ਜਿਹੜੀ ਦਵਾਈ ਲੈ ਰਹੇ ਨੇ ਠੀਕ ਹੋ ਰਹੇ ਨੇ, ਉਹ ਇਸ ਚੀਜ਼ ਨੂੰ ਬਿਹਤਰ ਜਾਣਦੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਜਿਹੜੇ ਇਹੋ ਜਿਹਾ ਰਿਜ਼ਲਟ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਵੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।